रे जन उठारे दब्बेओ रे जन उठारे दब्बेओ। त्या गई बिहाए त्या गई बिहाए रे जन थारे दब्बेओ। सतगुर का शब्द सुन ना जागेओ ना अंतर ना उपजियो चाओ थारे दब्बे खुली रे जन उठारे दब्बे और रे जन थारे दब्बेओ। शरीर जलों गुण बाहरा जो गुर कारना कमाए जगत जलंदा डिठ में जगत जलंदा डिठ में हो मैं दूजे पाए हो मैं दूजे नानक गुर शरणाई उबरे नानक गुर शरणाई उबरे सच मन शब्द त्याए सच मन शब्द त्याए रे जन उठारे दब्बेओ रे जन उठारे दब्बेओ। सुतिया गई बिहाए सुतिया गई बिहाए रे जन उठारे दब्बेओ रे मैला तीजा हो मैं गई शोभावंती नार फिर कै पाणे सदा चले तां बनिया सिंगार सेज सुहावी सदा फिर रावे हर वर
ਸੁਹਾਗਣ ਨਾਲ। ਨਾਨਕ ਹਰਿ ਪ੍ਰਭ ਮੇਲ ਲਈ। गुर कै हेत प्यार, गुर कै हेत। पौड़ी जिना गुर गोपिया अपना, जिना गुर गोपिया अपना, ते नर बुरियारी, ते नर बुरियारी। हर जियो तिनका दर्शन ना करो, हर जियो तिनका दर्शन ना करो। पापिष्ट हत्यारी, ओए कर कर फिरे कुशुद्ध मन, ओए कर कर फिरे ज्यों तर कट नारी। वड पागी संगत मिले, वड पागी ਸੰਗਤ ਮਿਲੇ। गुरमुख सवारी, गुरमुख सवारी। हर मेलो सतगुर दया कर, हर मेलो सतगुर दया कर। गुर को बलिहारी, गुर को बलिहारी, गुर को बलिहारी, गुर को बलिहारी। प्यारी साध संगत जी, ਅਸੀਂ ਸਭ ਨੇ ਰਲ ਕੇ ਸ਼ਬਦ ਗਾਇਨ ਕੀਤਾ, ਜਿਸ ਦਾ ਸਿਰਲੇਖ ਹੈ ਰਾਗ ਸੂਰਠ ਵਾਰ ਮਹਿਲੇ ਚੌਥੇ ਕੀ। ਗੁਰੂ ਗ੍ਰੰਥ ਸਾਹਿਬ ਦੇ 651 ਭਾਵ 651 ਅੰਕ ਦੇ ਸ਼ਬਦ ਸੁਸ਼ੋਭਿਤ ਹੈ। ਰਾਗ ਸੂਰਠ ਹੈ, ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਾਰ ਹੈ। ਜਿਸ ਦੀ ਵਾਰ ਹੁੰਦੀ ਹੈ ਉਸੇ ਦੀਆਂ ਪੌੜੀਆਂ ਹੁੰਦੀਆਂ ਹਨ। ਸੋ ਪਹਿਲਾਂ ਵਾਰਾਂ ਸਿਰਫ ਪੌੜੀਆਂ ਹੀ ਹੁੰਦੀਆਂ ਸਨ, ਬਾਅਦ ਵਿੱਚ ਉਹਨਾਂ ਨਾਲ ਰਲਵੇਂ ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਉਸ ਟੌਪਿਕ ਨਾਲ ਮਿਲਦੇ ਨੇ ਉਹਨਾਂ ਨੂੰ ਦਰਜ ਕੀਤਾ ਗਿਆ। ਅਤੇ ਜਿਸ ਤਰ੍ਹਾਂ ਮਹਿਲੇ ਚੌਥੇ ਕਾ ਹੈ, ਉਸ ਦੀਆਂ ਪੌੜੀਆਂ ਹੁੰਦੀਆਂ ਨੇ। ਇਹਦਾ ਮਤਲਬ ਵਾਰ ਜਦੋਂ ਅਸੀਂ ਵਿਚਾਰਨੀ ਹੋਵੇ ਤਾਂ ਅਸੀਂ ਘਰ ਆਪਣੇ ਬੈਠ ਕੇ ਪੌੜੀ ਨੂੰ ਪਹਿਲਾਂ ਵਿਚਾਰਾਂਗੇ। ਅੱਜ ਅਸੀਂ ਆਸਾ ਕੀ ਵਾਰ ਸੁਣਦੇ ਹਾਂ। ਜਦੋਂ ਅਸੀਂ ਆਸਾ ਕੀ ਵਾਰ ਸੁਣਦੇ ਹਾਂ ਤਾਂ ਅਸੀਂ ਇੱਕ ਪ੍ਰੈਕਟਿਸ ਦੇਖ ਰਹੇ ਹਾਂ, ਇੱਕ ਪ੍ਰੈਕਟਿਸ ਚੱਲ ਰਹੀ ਹੈ। ਆਸਾ ਮਹਿਲਾ ਚੌਥਾ ਛੰਤ ਕਰ ਚੌਥਾ, ਹਰ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮ ਰਤਨ ਨਾ ਰਾਮ ਰਾਜੇ। ਤਾਂ ਸਾਨੂੰ ਇੰਝ ਲੱਗਦਾ ਆਸਾ ਮਹਿਲਾ ਚੌਥਾ ਮੀਨਸ ਜਿਸ ਤਰ੍ਹਾਂ ਕਿ ਆਸਾ ਕੀ ਵਾਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੈ, ਕਿਉਂਕਿ ਬੋਲਿਆ ਗਿਆ ਆਸਾ ਮਹਿਲਾ ਚੌਥਾ। ਜਦਕਿ ਉਹ ਜਿਹੜੀਆਂ ਰਾਮ ਰਾਜੇ ਵਾਲੀਆਂ 4 ਪੰਕਤੀਆਂ ਨੇ ਉਹ ਆਸਾ ਕੀ ਵਾਰ ਦਾ ਹਿੱਸਾ ਨਹੀਂ ਹਨ। ਅੱਛਾ, ਵਾਰ ਕਿਹਦੀ ਹੈ? ਉਸ ਦਾ ਸਿਰਲੇਖ ਲਿਖਿਆ ਜਾਂਦਾ ਹੈ। ਅਸੀਂ ਆਪਣੇ ਪ੍ਰੋਗਰਾਮ ਵਿੱਚ, ਹਰ ਪ੍ਰੋਗਰਾਮ ਵਿੱਚ ਭਾਵੇਂ ਸਾਨੂੰ ਰਿਪੀਟ ਹੀ ਕਰਨਾ ਪੈਂਦਾ ਹੈ, ਅਸੀਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਵਿਲੱਖਣ ਦੇਣ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੁਜਾਨ ਮੱਤ ਅਨੁਸਾਰ ਤਿਆਰ ਕਰਨ ਵਿੱਚ ਉਹਨਾਂ ਦੀ ਮਿਹਨਤ ਲੱਗੀ, ਉਸ ਨੂੰ ਅਸੀਂ ਜ਼ਰੂਰ ਸਾਂਝ ਕਰਦੇ ਹਾਂ ਕਿ ਬਾਣੀ ਦੀ ਬਣਤਰ ਕਿਸ ਢੰਗ ਨਾਲ ਕੀਤੀ ਗਈ ਹੈ।
ਜਿਤਨੀ ਅਸੀਂ ਬਣਤਰ ਦੀ ਗੱਲ ਕਰਦੇ ਹਾਂ ਉਤਨਾ ਚਾਅ ਚੜ੍ਹਦਾ ਕਿ ਬਾਣੀ ਨੂੰ ਹੋਰ ਖੋਜੀਏ। ਇਹ ਗੱਲ ਵੱਖਰੀ ਹੈ ਕਿ ਗੁਰਦੁਆਰਿਆਂ ਦੇ ਵਿਚਕਾਰ ਸਮਾਂ ਲੱਗ ਜਾਂਦਾ ਕਹਾਣੀਆਂ ਸੁਣਾਉਣ ਵਾਸਤੇ, ਸਮਾਂ ਲੱਗ ਜਾਂਦਾ ਸੂਰਜ ਪ੍ਰਕਾਸ਼ ਦੀ ਕਹਾਣੀਆਂ ਡਿਸਕਸ ਕਰਨ ਵਾਸਤੇ, ਪਰ ਬਾਣੀ ਦੀ ਬਣਤਰ ਦਾ ਵਿਚਾਰ ਕਰਨ ਦਾ ਸਮਾਂ ਨਹੀਂ ਮਿਲਦਾ। ਪ੍ਰਬੰਧਕ ਸੱਜਣ ਵੀ ਆਪਣੇ ਟਾਈਮ ਦੇ ਬੱਧੇ ਹੁੰਦੇ ਨੇ, ਔਰ ਜੋ ਕੋਈ ਵੀ ਗੁਰਦੁਆਰੇ 'ਚ ਪ੍ਰੋਗਰਾਮ ਕਰ ਰਿਹਾ ਹੁੰਦਾ ਹੈ, ਜੇਕਰ ਉਹ ਗੁਰਦੁਆਰੇ ਦੇ ਪੈਨਲ 'ਤੇ ਹੈ ਤਾਂ ਉਸ ਨੂੰ ਵੀ ਉਹਨਾਂ ਦੀ ਸੁਣਨੀ ਪੈਂਦੀ ਹੈ। ਇਸ ਕਰਕੇ ਸਮਾਂ ਲਿਮਿਟਿਡ ਰਹਿੰਦਾ, ਸੰਗਤਾਂ ਕੋਲ ਵੀ ਸਮਾਂ ਲਿਮਿਟਿਡ ਹੁੰਦਾ ਹੈ। ਕੌਣ ਕਦੋਂ ਬਾਣੀ ਦੀ ਬਣਤਰ ਡਿਸਕਸ ਕਰੇ? ਅਸੀਂ ਕਿਉਂ ਕਰਦੇ ਹਾਂ? ਅਸੀਂ ਇਸ ਕਰਕੇ ਡਿਸਕਸ ਕਰਦੇ ਹਾਂ ਕਿ ਬਾਣੀ ਦੀ ਜਿਹੜੀ ਬਣਤਰ ਹੈ, ਇਸ ਬਣਤਰ ਦੇ ਪਿੱਛੇ ਇੱਕ ਬਹੁਤ ਵਡਮੁੱਲਾ ਖਜ਼ਾਨਾ ਸਾਡੇ ਹੱਥ ਲੱਗਾ। ਉਹ ਇਹ ਕਿ ਦੁਨੀਆ ਵਿੱਚ ਕਿਸੇ ਵੀ ਇਨਸਾਨ ਨੇ ਜਦੋਂ ਆਪਣਾ ਕੋਈ ਮੈਸੇਜ ਦਿੱਤਾ, ਉਹਨੇ ਲਿਖਿਆ ਜਾਂ ਨਹੀਂ ਲਿਖਿਆ, ਜਾਂ ਬਾਅਦ ਵਿੱਚ ਕਿਸੇ ਨੇ ਲਿਖਿਆ, ਹੋ ਸਕਦਾ ਉਹਦੇ 'ਚ ਮਿਲਾਵਟ ਵੀ ਹੋ ਗਈ ਹੋਵੇ, ਪਰ ਗੁਰੂ ਪਾਤਸ਼ਾਹ ਨੇ ਆਪਣੇ ਹੱਥੀਂ ਲਿਖਿਆ। ਔਰ ਜੇ ਬਣਤਰ ਦੇ ਸਾਰੇ ਆਂਕੜੇ, ਸਾਰੇ ਕੀਮਤੀ ਨੁਕਤੇ ਅਸੀਂ ਡਿਸਕਸ ਕਰੀਏ ਤਾਂ ਮਾਣ ਆਉਂਦਾ ਹੈ ਕਿ ਬਣਤਰ ਇਸ ਢੰਗ ਨਾਲ ਕੀਤੀ ਗਈ, ਇਹਦੇ ਵਿੱਚ ਕੋਈ ਮਿਲਾਵਟ ਨਹੀਂ ਕਰ ਸਕਦਾ। ਸੋ ਵੀ ਆਰ ਬਲੈਸਡ ਕਿ ਪੂਰੀ ਦੁਨੀਆ ਨੂੰ ਗੁਰਬਾਣੀ ਫਸਟ ਹੈਂਡ ਡਾਕੂਮੈਂਟ ਗੁਰੂ ਪਾਤਸ਼ਾਹ ਵੱਲੋਂ ਤਿਆਰ ਕੀਤਾ ਹੋਇਆ ਬਿਨਾਂ ਕਿਸੇ ਮਿਕਸ ਤੋਂ ਮਿਲਿਆ। ਉਹਦਾ ਕਾਰਨ ਇਹ ਹੈ ਕਿ ਵਾੜ ਲਗਾਈ ਗਈ। ਸੋ ਅਸੀਂ ਜਦੋਂ ਬਣਤਰ ਵਿਚਾਰਦੇ ਹਾਂ ਤਾਂ ਬਣਤਰ ਨੂੰ ਹੁਣ ਤੁਸੀਂ ਕੱਲ੍ਹ ਤੋਂ ਆਪਣੇ ਘਰ ਆਸਾ ਕੀ ਵਾਰ ਪੜ੍ਹ ਕੇ ਦੇਖਣਾ ਜਾਂ ਸੁਣਨਾ। ਆਸਾ ਕੀ ਵਾਰ ਵਿੱਚ ਆਏਗਾ, ਵਾਰ ਸ਼ਲੋਕਾਂ ਨਾਲ ਅੱਗੇ ਕੀ ਲਿਖਿਆ? ਸ਼ਲੋਕ ਵੀ ਮਹਿਲੇ ਪਹਿਲੇ ਕੇ ਲਿਖੇ। ਅਸੀਂ ਉਹਨੇ ਗੱਲ ਸਾਂਝ ਕੀਤੀ ਹੈ, ਜਿਹਦੀ ਵਾਰ ਹੋਵੇ ਉਹਦੀਆਂ ਪੌੜੀਆਂ ਹੁੰਦੀਆਂ ਹਨ। ਇਹਦਾ ਮਤਲਬ ਇਹ ਨਿਕਲਿਆ, ਵਾਰ ਸ਼ਲੋਕਾਂ ਨਾਲ ਦਾ ਮਤਲਬ ਹੈ ਇਹ ਜਿਹੜੀ ਵਾਰ ਹੈ, ਇਹ ਜਿਹੜੀ ਪੌੜੀਆਂ ਹਨ, ਇਹ ਪੌੜੀਆਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਹਨ, ਔਰ ਇਹਨਾਂ ਪੌੜੀਆਂ ਦੇ ਨਾਲ ਸ਼ਲੋਕ ਰਲਵੇਂ ਲਗਾਏ ਗਏ ਹਨ। ਅਤੇ ਇਹਨਾਂ ਪੌੜੀਆਂ ਦੇ ਵਿਚਕਾਰ ਜੋ ਮੈਸੇਜ ਹੈ ਸਾਨੂੰ ਉਹ ਸਮਝਣਾ ਹੈ। ਕਾਸ਼ ਗੁਰਦੁਆਰਿਆਂ ਦੇ ਵਿਚਕਾਰ ਆਸਾ ਕੀ ਵਾਰ ਦੇ ਕੀਰਤਨ ਤੋਂ ਇਲਾਵਾ ਲੜੀਵਾਰ ਆਸਾ ਕੀ ਵਾਰ ਦੀ ਵਿਚਾਰ ਕੀਤੀ ਜਾਵੇ। ਔਰ ਮੈਨੂੰ ਇੰਝ ਲੱਗਦਾ ਹੈ ਕਿ ਆਸਾ ਕੀ ਵਾਰ ਜੇ ਸਮਝਣੀ ਹੋਵੇ ਤਾਂ ਪਹਿਲਾਂ ਸਾਨੂੰ ਆਸਾ ਕੀ ਵਾਰ ਵਿੱਚ 24 ਪੌੜੀਆਂ ਹਨ, ਪਹਿਲੀ ਪੌੜੀ ਤੋਂ ਬਾਅਦ ਦੂਜੀ ਪੌੜੀ ਨੂੰ ਸਮਝਣਾ ਚਾਹੀਦਾ। ਦੂਜੀ ਪੌੜੀ ਤੋਂ ਬਾਅਦ ਤੀਜੀ ਪੌੜੀ, ਚੌਥੀ ਪੌੜੀ, ਇਸ ਤਰ੍ਹਾਂ ਲੜੀਵਾਰ ਸਾਨੂੰ 24 ਪੌੜੀਆਂ ਸਮਝਣੀਆਂ ਚਾਹੀਦੀਆਂ। ਫਿਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੀ ਵਾਰ ਦੇ ਨਾਲ ਸ਼ਲੋਕ ਲਗਾਏ ਗਏ ਨੇ, ਉਹਨਾਂ ਸ਼ਲੋਕਾਂ ਨੂੰ ਪੌੜੀ ਦੇ ਸੰਦਰਭ ਕੌਂਟੈਕਸਟ ਦੇ ਨਾਲ ਸਮਝਣਾ ਚਾਹੀਦਾ। ਸਾਨੂੰ ਬਹੁਤ ਗਹਿਰੇ ਨੁਕਤੇ ਮਿਲਣਗੇ। ਸੋ ਜਿਹੜੀ ਲੜੀਵਾਰ ਗੱਲ ਕਰਨ ਦੀ ਗੱਲ ਚੱਲ ਰਹੀ ਹੈ, ਉਹ ਇਸ ਕਰਕੇ ਚੱਲ ਰਹੀ ਹੈ ਕਿ ਜਦੋਂ ਅਸੀਂ ਜਪਜੀ ਸਾਹਿਬ ਪੜ੍ਹਿਆ, ਮੈਂ ਆਪਣੀ ਜ਼ਿੰਦਗੀ ਵਿੱਚ 10, 15, 16 ਜਿਤਨੇ ਵੀ ਮੈਨੂੰ ਕੋਈ ਜਪਜੀ ਸਾਹਿਬ ਦੀ ਵਿਆਖਿਆ ਕਰਨ ਵਾਲੇ ਮਿਲੇ, ਮੈਂ ਉਹਨਾਂ ਨੂੰ ਪੜ੍ਹਿਆ। ਇਸ ਤੋਂ ਇਲਾਵਾ ਕਈਆਂ ਦੀ ਜਪਜੀ ਸਾਹਿਬ ਦੀ ਲੈਕਚਰ ਵਿੱਚ ਕੀਤੀ ਹੋਈ ਵਿਆਖਿਆ ਸੁਣੀ। ਪਰ ਆਮ ਤੌਰ 'ਤੇ ਇਹ ਕਿਹਾ ਜਾਂਦਾ ਹੈ ਕਿ ਕੁਝ ਪੌੜੀਆਂ ਸਿੱਧਾ ਜੋਗੀਆਂ ਨਾਲ ਡਿਸਕਸ ਹੋਈਆਂ ਸੀ, ਮੁੰਦਾ ਸੰਤੋਖ ਸ਼ਰਮਪਾ ਚੋਲੀ ਆਦੇਸ਼ ਤਿਸੇ ਆਦੇਸ਼ ਵਾਲੀਆਂ ਪੌੜੀਆਂ। ਕੁਝ ਪੌੜੀਆਂ ਮੁਸਲਮਾਨ ਪੀਰ ਦਸਤਗੀਰ ਨਾਲ ਡਿਸਕਸ ਹੋਈਆਂ ਸੀ। ਕੁਝ ਪੌੜੀਆਂ ਕਿੱਧਰ ਹੋਈਆਂ ਸੀ, ਕਿੱਧਰੋਂ ਹੋਈਆਂ ਸੀ, ਇੰਜ ਨਹੀਂ ਹੈ। ਜਦੋਂ ਅਸੀਂ ਪਹਿਲੀ ਪੌੜੀ ਦੀ ਇੱਕ ਇੱਕ ਪੰਕਤੀ ਨੂੰ ਲੈ ਕੇ ਸਮਝ ਕੇ ਦੂਜੀ ਪੌੜੀ ਦੇ ਨਾਲ ਉਹਨੂੰ ਰਿਲੇਟ ਕਰਾਂਗੇ ਤਾਂ ਸਾਨੂੰ ਪਹਿਲੀ ਪੌੜੀ ਦਾ ਲਿੰਕ ਦੂਜੀ ਪੌੜੀ ਨਾਲ ਮਿਲੇਗਾ, ਔਰ ਦੂਜੀ ਪੌੜੀ ਦਾ ਲਿੰਕ ਤੀਜੀ ਪੌੜੀ ਦੇ ਨਾਲ ਮਿਲੇਗਾ। ਆਸਤਾ 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 ਕਰਦਿਆਂ ਕਰਦਿਆਂ ਪਤਾ ਲੱਗੇਗਾ ਕਿ ਜਪਜੀ ਸਾਹਿਬ ਵਿੱਚ ਸਵਾਲ ਇਹ ਉਠਾਇਆ ਗਿਆ ਸੀ, ਕਿਮ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ, ਅਤੇ ਨਾਲ ਹੀ ਪੰਕਤੀ 'ਚ ਆਨਸਰ ਦਿੱਤਾ ਸਵਾਲ ਦਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਗੱਲ ਕੀ ਕੀਤੀ? ਹੁਕਮ। ਦੂਜੀ ਪੌੜੀ ਸ਼ੁਰੂ ਹੋਈ, ਹੁਕਮੀ ਹੋਵਨ ਆਕਾਰ, ਹੁਕਮ ਦੀ ਗੱਲ ਕਰਕੇ ਦੂਜੀ ਪੌੜੀ ਅੰਦਰ ਉਸ ਨੂੰ ਲਿੰਕ ਕੀਤਾ। ਇੰਟਰਲਿੰਕਡ ਨੇ। ਜਦੋਂ ਇੰਟਰਲਿੰਕ ਲੱਭਦੇ ਹਾਂ ਤਾਂ ਸਾਨੂੰ ਪਾਠ ਕਰਨ ਵੇਲੇ ਮਨ ਲਗਾਉਣਾ ਨਹੀਂ ਪੈਂਦਾ। ਬਹੁਤ ਲੋਕ ਕਹਿੰਦੇ ਮੈਂ ਪਾਠ ਕਰਦੀਆਂ ਗੁਟਕਾ ਛੁੱਟ ਜਾਂਦਾ ਹੈ, ਪਾਠ ਕਰਦਿਆਂ ਨੀਂਦ ਆ ਜਾਂਦੀ ਹੈ, ਪਾਠ ਕਰਦਿਆਂ ਧਿਆਨ ਇੱਧਰ ਉੱਧਰ ਚਲਾ ਜਾਂਦਾ। ਉਹ ਇਸੀ ਕਰਕੇ ਚਲਾ ਜਾਂਦਾ ਹੈ ਕਿਉਂਕਿ ਸਾਨੂੰ ਕਿਸੇ ਨੇ ਭੁਲੇਖਾ ਪਾਇਆ
ਤੁਸੀਂ ਬਸ ਲੜੀਵਾਰ ਪੜ੍ਹੀ ਜਾਓ, ਇਹਦੇ 'ਚ ਹੀ ਮਾਤਮ ਹੈ। ਫਿਰ ਕਿਸੇ ਨੇ ਆ ਕੇ ਦਿੱਤਾ ਸਾਰਾ ਨਹੀਂ ਪੜ੍ਹ ਸਕਦੇ, ਏਕ ਓਂਕਾਰ ਤੋਂ ਗੁਰਪ੍ਰਸਾਦ ਪੜ੍ਹ ਲਿਆ ਕਰੋ। ਫਿਰ ਕਿਸੇ ਨੇ ਕਹਿਤਾ ਉਹ ਨਹੀਂ ਕਰ ਸਕਦੇ, ਚਲੋ ਤੁਸੀਂ 5 ਵਾਰੀ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰੋ। ਲੇਕਿਨ ਸਾਡਾ ਸ਼ੌਂਕ ਨਹੀਂ ਪੈਦਾ ਹੋ ਰਿਹਾ ਕਿ ਮੈਂ ਬਾਣੀ ਪੜ੍ਹਨੀ ਹੈ, ਮੈਂ ਬਾਣੀ ਖੋਜਣੀ ਹੈ। ਅੱਜ ਅਮਰੀਕਾ ਜੈਸੀ ਜਗ੍ਹਾ ਵੀ ਯੂਨੀਵਰਸਿਟੀਜ਼ ਦੇ ਅੰਦਰ ਸੈਮੀਨਾਰਸ ਹੁੰਦੇ ਨੇ, ਉਹਦੇ ਅੰਦਰ ਪੁੱਛਦੇ ਨੇ ਹਾਊ ਯੂਅਰ ਗੁਰੂ ਗ੍ਰੰਥ ਸਾਹਿਬ ਇਜ਼ ਕੰਪਾਈਲਡ। ਉੱਥੇ ਸਾਰਾ ਦਿਨ ਦੇ ਸੈਮੀਨਾਰਸ ਹੁੰਦੇ ਨੇ। ਸਾਡੇ ਇੱਥੇ ਪ੍ਰੈਕਟਿਸ ਹੀ ਨਹੀਂ ਆ। ਅਸੀਂ ਮੱਥਾ ਟੇਕਿਆ, ਅਸੀਂ ਨਗਰ ਕੀਰਤਨ ਵਿੱਚ ਇਸ ਨੂੰ ਲੈ ਗਏ, ਅਸੀਂ ਸੜਕਾਂ ਸਾਫ਼ ਕੀਤੀਆਂ, ਅਸੀਂ ਟਰੱਕ ਦੇ ਟਾਇਰ ਸਾਫ਼ ਕੀਤੇ, ਸਭ ਕੁਝ ਕੀਤਾ, ਪਰ ਅਸੀਂ ਬਾਣੀ ਨੂੰ ਖੋਜਣ ਵਾਲੇ ਪਾਸੇ ਨਹੀਂ ਆ ਰਹੇ। ਅਸੀਂ ਸੋਚ ਰਹੇ ਹਾਂ ਕੋਈ ਬੰਦਾ ਖੋਜ ਕੇ ਸਾਨੂੰ ਦੱਸ ਜਾਏ, ਉਹ ਅਸੀਂ ਸੁਣ ਕੇ ਘਰ ਚਲੇ ਜਾਵਾਂਗੇ। ਜਦੋਂ ਆਪ ਖੋਜਾਂਗੇ ਨਾ, ਆਪ ਇੰਟਰਸਟ ਪਏਗਾ, ਔਰ ਜਦੋਂ ਖੋਜ ਕੇ ਪੜਾਂਗੇ ਮਨ ਲਗਾਣਾ ਨਹੀਂ ਪਏਗਾ, ਗੁਟਕਾ ਹੱਥੋਂ ਛੁੱਟੇਗਾ ਨਹੀਂ, ਨੀਂਦ ਨਹੀਂ ਆਏਗੀ, ਬਲਕਿ ਨੀਂਦ ਖੁੱਲ ਜਾਏਗੀ। ਕਈ ਲੋਕ ਕਹਿੰਦੇ ਨੇ ਮੇਰਾ ਸਿਰ ਦਰਦ ਹੋ ਰਿਹਾ ਹੁੰਦਾ ਨਾ, ਮੈਂ ਪਾਠ ਕਰਨ ਲੱਗ ਪੈਂਦੀ ਹਾਂ। ਮੈਂ ਕਿਹਾ ਸਿਰ ਦਰਦ ਦੀ ਪੀੜ ਦੀ ਦਵਾਈ ਨਹੀਂ ਹੈ। ਸਿਰ ਦਰਦ ਠੀਕ ਹੋ ਜਾਏਗਾ ਜੇ ਵਿਚਾਰ ਕਰਕੇ ਪੜਾਂਗੇ। ਕਈ ਕਹਿੰਦੇ ਨੇ ਮੈਨੂੰ ਤੇ ਜਦੋਂ ਨੀਂਦ ਨਹੀਂ ਨਾ ਆਉਂਦੀ, ਮੈਂ ਪਾਠ ਕਰਨਾ ਸ਼ੁਰੂ ਕਰਦੀ ਹਾਂ, ਆਪੇ ਨੀਂਦ ਆ ਜਾਂਦੀ ਹੈ। ਵਾਹ, ਦਿਸ ਇਜ਼ ਨੋਟ ਸਲੀਪਿੰਗ ਪਿਲ। ਮੇਰੇ ਵੀਰ ਜੀ ਨੇ ਮੇਰੇ ਵਾਸਤੇ ਨਾ ਬਹੁਤ ਸਾਰੇ ਅੱਖਰ ਵਰਤ ਦਿੱਤੇ, ਮੈਨੂੰ ਸ਼ਰਮ ਆ ਰਹੀ ਸੀ। ਮੈਂ ਇਹਨਾਂ ਨੂੰ ਆਪਣਾ ਬਜ਼ੁਰਗ ਕਾਊਂਟ ਕਰਦਾ, ਜਿਨ੍ਹਾਂ ਨੇ ਅਨਾਊਂਸਮੈਂਟ ਕੀਤੀ ਨਾ ਸਿਧਾਂਤ ਬਾਰੇ, ਗੁਰਮਤਿ ਦੇ ਸਿਧਾਂਤ ਬਾਰੇ ਭੁਪਿੰਦਰ ਸਿੰਘ ਬੋਲਦੇ ਨੇ। ਮੈਂ ਇਹਨਾਂ ਨੂੰ 1970-71 ਤੋਂ ਦੇਖ ਰਿਹਾ। ਇਹਨਾਂ ਨੇ ਆਪ ਬਾਣੀ ਦੀ ਖੋਜ ਕੀਤੀ, ਸਭ ਕੁਝ ਬੋਲਿਆ, ਪਰ ਮੈਂ ਇਸ ਕਰਕੇ ਨਹੀਂ ਬੋਲ ਰਿਹਾ ਕਿ ਵੀ ਇਹਨਾਂ ਨੇ ਮੇਰੀ ਵਡਿਆਈ ਕੀਤੀ ਤੇ ਮੈਂ ਇਹਨਾਂ ਦੀ ਕਰਨੀ ਆ। ਮੈਨੂੰ ਇਹਨਾਂ ਦੇ ਸਾਹਮਣੇ ਸ਼ਰਮ ਆਉਂਦੀ ਹੈ। ਇਹ ਮੇਰੇ ਇੱਕ ਕਿਸਮ ਦੇ ਬਜ਼ੁਰਗ ਨੇ, ਇਹਨਾਂ ਨੇ ਸਭ ਕੁਝ ਜਾਣਿਆ। ਮੈਂ ਤਾਂ ਸਿਰਫ ਤੁਹਾਡੇ ਨਾਲ ਸਿਰਫ ਇਹ ਸਾਂਝ ਹੀ ਕਰ ਰਿਹਾ ਕਿ ਬਾਣੀ ਦੀ ਜਦੋਂ ਅਸੀਂ ਖੋਜ ਕਰਦੇ ਹਾਂ ਨਾ, ਤਾਂ ਫਿਰ ਸਾਡੀ ਸਭ ਨਾਲ ਸਾਂਝ ਵੀ ਵੱਧਦੀ ਹੈ, ਔਰ ਗੁਰਮਤਿ ਦੇ ਸਿਧਾਂਤ ਆਪਣੇ ਸਮਝ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਗੁਰਮਤਿ ਦਾ ਸਿਧਾਂਤ ਕੀ ਹੈ? ਐ ਮਨੁੱਖ, ਤੂੰ ਜਿਸ ਬਾਣੀ ਨੂੰ ਮੱਥਾ ਟੇਕਦਾ ਉਸ ਬਾਣੀ ਨੂੰ ਖੋਜ। ਇਹ ਬਾਣੀ ਜੋ ਜੀਓ ਜਾਣਾ ਤਿਸ ਅੰਤਰ ਰਵੈ ਹਰ ਨਾਮਾ। ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਇ ਸਮਾਨਾ। ਤੈਨੂੰ ਸਤਿਗੁਰ ਨਾਲ ਇਕਮਿਕ ਹੋਣਾ ਆ ਜਾਏਗਾ। ਤੈਨੂੰ ਕੋਈ ਮੈਡੀਟੇਸ਼ਨ ਨਹੀਂ ਕਰਨੀ ਪਏਗੀ, ਤੈਨੂੰ ਕੋਈ ਕੰਸਨਟ੍ਰੇਸ਼ਨ ਨਹੀਂ ਕਰਨੀ ਪਏਗੀ, ਤੂੰ ਬਾਣੀ ਖੋਜ ਕੇ ਪੜ੍ਹਨੀ ਹੈ। ਸੋ ਸਿਰਲੇਖ ਤੋਂ ਗੱਲ ਚਾਲੂ ਹੋਈ ਹੈ। ਸੋਰਠ ਰਾਗ ਵਿੱਚ ਇਹ ਵਾਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੈ। ਗੁਰੂ ਗ੍ਰੰਥ ਸਾਹਿਬ ਦੇ 651 ਅੰਗ 'ਤੇ ਸੁਸ਼ੋਭਿਤ ਹੈ। ਅਸੀਂ ਇੱਥੇ ਤੱਕ ਵਿਚਾਰ ਚੁੱਕੇ ਹਾਂ ਕਿ ਵਾਰਾਂ ਪਹਿਲਾਂ ਪੌੜੀਆਂ ਹੁੰਦੀਆਂ ਸਨ। ਇਹਦਾ ਮਤਲਬ ਸਾਨੂੰ ਵਾਰ ਦੀ ਪੌੜੀ ਨੂੰ ਪਹਿਲਾਂ ਵਿਚਾਰਨਾ ਚਾਹੀਦਾ ਹੈ। ਕਈ ਲੋਕ ਮੈਨੂੰ ਪੁੱਛਦੇ ਹਨ ਕਿ ਵੀਰ ਜੀ ਜਦੋਂ ਨਾਨਕ ਪਦ ਆਇਆ ਕਿ ਵਾਕ ਉੱਥੇ ਤੱਕ ਸਮਾਪਤ ਹੋ ਗਿਆ? ਇਹ ਤਰੀਕਾ ਨਹੀਂ ਹੈ। ਕਈ ਸ਼ਬਦਾਂ ਵਿੱਚ ਰਹਾਉ ਹੁੰਦਾ ਹੈ, ਕਈ ਸ਼ਬਦਾਂ 'ਚ ਰਹਾਉ ਨਹੀਂ ਹੁੰਦਾ। ਲੇਕਿਨ ਇਹ ਜਿਹੜੀ ਵਾਰ ਦੀ ਬਣਤਰ ਹੈ, ਇਹਦੇ ਵਿੱਚ ਆਇਆ ਸ਼ਲੋਕ ਮਹਿਲਾ ਤੀਜਾ, ਫਿਰ ਮਹਿਲਾ ਤੀਜਾ, ਫਿਰ ਪੌੜੀ। ਸੋ ਪੌੜੀ ਦੀ ਆਖਰੀ ਪੰਕਤੀ ਤੱਕ ਪੜ੍ਹਨ ਤੋਂ ਬਾਅਦ ਇਹ ਕੰਪਲੀਟ ਵਾਕ ਬਣਦਾ ਹੈ। ਜਿੱਥੇ ਛੰਤ ਹੁੰਦੇ ਨੇ, ਛੰਤ ਦੀ ਪਹਿਲੀ ਔਰ ਆਖਰੀ ਪੰਕਤੀ ਰਿਪੀਟਿਡ ਹੁੰਦੀ ਹੈ, ਔਰ ਉਹ ਆਪਣੇ ਆਪ ਵਿੱਚ ਉਸਦਾ ਰਹਾਉ ਹੁੰਦਾ ਹੈ। ਅੱਜ ਅਸੀਂ ਇਸ ਨੂੰ ਸਮਝਣ ਵਾਸਤੇ ਆਪਣੀ ਵਿਚਾਰ ਸਾਂਝ ਕਰਾਂਗੇ ਸਾਰੇ ਰਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹੇਠ ਕਿ ਅੱਜ ਦੀ ਪੌੜੀ ਸਾਨੂੰ ਕੀ ਕਹਿੰਦੀ ਹੈ। ਪੌੜੀ ਦੀ ਆਖਰੀ ਪੰਕਤੀ ਸਾਰੀ ਵਾਰ ਦੀ, ਹਰ ਪੌੜੀ ਦਾ ਆਪਣਾ ਸਾਰ ਹੁੰਦਾ ਹੈ। ਹਰ ਮੇਲੋ ਸਤਿਗੁਰ ਦਿਆ ਕਰ ਗੁਰ ਕੋ ਬਲਿਹਾਰੀ। ਮੈਨੂੰ ਸਤਿਗੁਰ ਜੀ ਮਿਲਾ ਦਿਓ। ਆਪਣੇ ਬਾਰੇ ਚੈੱਕ ਕਰਨਾ ਹੈ, ਐਮ ਆਈ ਇੰਟਰਸਟਿਡ ਕਿ ਮੈਨੂੰ ਸਤਿਗੁਰ ਮਿਲਾ ਦਿਓ? ਕੀ ਮੈਂ ਇੰਟਰਸਟਿਡ ਵੀ ਹਾਂ ਕਿ ਮੈਨੂੰ ਸਤਿਗੁਰ ਦੀ ਗੱਲ ਸੁਣਨੀ ਹੈ? ਸਾਨੂੰ ਕੋਈ ਇੰਟਰਸਟ ਨਹੀਂ ਹੈ। ਮੈਂ ਤੁਹਾਨੂੰ ਨਾਲ ਨਾਲ ਸਾਂਝ ਕਰ ਰਿਹਾ, ਤੁਹਾਨੂੰ ਪਿਆਰ ਵਿੱਚ ਬੇਨਤੀ ਕਰ ਰਿਹਾ। ਕੋਈ ਐਕਿਊਜ਼ ਔਰ ਟੌਂਟ ਕਰਨ ਦੇ ਮੇਰੇ ਕੋਲ ਹੱਕ ਨਹੀਂ ਹਨ।
ਇੱਕ ਬੀਬੀ ਜੀ ਨੇ ਮੈਨੂੰ ਕਿਹਾ ਔਰੰਗਾਬਾਦ ਕਿ ਅਸੀਂ ਤੁਹਾਡਾ ਪ੍ਰੋਗਰਾਮ ਸੁਣਨ ਤੋਂ ਬਾਅਦ ਟੀਵੀ ਤੇ ਦੇਖਦੇ ਹਾਂ ਤੇ ਆਸਤਾ ਆਸਤਾ ਅਸੀਂ ਕੀ ਸ਼ੁਰੂ ਕਰ ਦਿੱਤਾ ਹੈ, ਅਸੀਂ ਸੁਖਮਨੀ ਸਾਹਿਬ ਕਰਦੀਆਂ ਹਾਂ ਪਰ 24 ਅਸ਼ਟਪਦੀਆਂ ਨਹੀਂ ਕਰਦੀਆਂ ਹਾਂ। ਅਸੀਂ ਰੋਜ਼ ਬੈਠਦੀਆਂ ਜਾਂ ਹਫਤੇ 'ਚ ਇੱਕ ਦਿਨ ਬੈਠਦੀਆਂ, ਅਸੀਂ ਸੁਖਮਨੀ ਸਾਹਿਬ ਦੀ 24 ਅਸ਼ਟਪਦੀਆਂ 'ਚੋਂ ਇੱਕ ਅਸ਼ਟਪਦੀ ਪੜ੍ਹਦੇ ਹਾਂ ਔਰ ਵਿਚਾਰਦੇ ਹਾਂ। ਇਹ ਉਹਨਾਂ ਦਾ ਢੰਗ। लेकिन 24 अष्टपदियाँ सारी उम्र पढ़ते रहिए, 24 साल पढ़ते रहिए, 24 जन्म पढ़ते रहिए और समझिए एक महीना तो साडा समझ आया चला जाएगा। उन्होंने मैनू यह कहा कि जदों तो असी विचारन लगे तो लग रहा सब कुछ रिपीटिड ही है, करीबन 6000 शब्द ने रिपीट लगता है। तो मैं माता जी नूं कहा, माता जी अखर लिमिटेड ने इस करके रिपीटिड लगता है, रिपीटिड है नहीं। मैसेज साडे डेली दिन रात उठद्या बैठद्या उम्र भी चेंज हो रही है, साडे मूड्स भी चेंज होंदे ने। साडे अलग अलग मूड्स नूं गुरबाणी साडी साइकी नूं फिक्सअप करदी है। किसी वेले असी हासे विच हां, खुशी विच हां, खेड़े विच हां, किसी वेले असी उदास हां, किसी वेले सानू बिजनेस करके तकलीफां आईयां होईयां, किसी वेले असी जॉब विच प्रमोशन नहीं मिली सानू गुस्सा चढ़िया होया है, किसी वेले घर पति पत्नी दा झगड़ा है। अनेकों किस्मां दे साडे जीवन विच तूफान हन। हर मूड्स नूं फिक्सअप करदी है। मेरा फर्ज बनता है मैं एक एक मूड फिक्सअप करदा जावां, शब्द समझदा जावां, विचारदा जावां। ये मेरे जीवन दा टुरन दा रस्ता है। ये मेरे जीवन दी प्रैक्टिस होनी चाहिए है कि मैनू रोज़ विचारना है। ਜਿਹੜਾ ਨਿਤਨੇਮ ਬਣਿਆ ਸੀ ਉਹ ਇਸ ਕਰਕੇ ਨਹੀਂ ਬਣਿਆ ਸੀ, ਜਿਵੇਂ ਮੈਂ ਬਚਪਨ ਵਿੱਚ ਪਹਿਲਾਂ ਨਿਤਨੇਮ 1.5-2 ਘੰਟੇ ਲਗਾ ਕੇ ਕਰਦਾ ਸੀ। ਆਸਤਾ ਆਸਤਾ ਜ਼ਬਾਨੀ ਯਾਦ ਹੋ ਗਿਆ, ਫਿਰ ਆਸਤਾ ਆਸਤਾ ਮੈਂ 40 ਮਿੰਟਾਂ 'ਚ ਕਰਨ ਲੱਗ ਪਿਆ, ਫਿਰ ਮੈਂ ਨਹਾਉਂਦਿਆਂ ਧੋਂਦਿਆਂ ਕਰਨ ਲੱਗ ਪਿਆ। ਬਸ ਖਤਮ। ਇੰਜ ਨਹੀਂ। ਨਿਤਨੇਮ ਇਸ ਕਰਕੇ ਬਣਿਆ ਸੀ ਕਿ ਤੂੰ ਨਿਤਨੇਮ ਵਿੱਚ ਜੇ 40 ਮਿੰਟ ਲਾਉਂਦਾ ਤੇ 50 ਮਿੰਟ ਲਾਇਆ ਕਰ, 50 ਦੇ 1 ਘੰਟਾ ਲਾਇਆ ਕਰ। ਆਸਤਾ ਆਸਤਾ ਤੈਨੂੰ ਪਤਾ ਕੀ ਕਰਨਾ ਹੈ, ਤੈਨੂੰ ਇਹ ਪ੍ਰੈਕਟਿਸ ਕਰਨੀ ਹੈ ਕਿ ਦਿਨ ਦੇ ਜਿਤਨੇ ਹਾਊਸ ਚੋਰਸ ਤੋਂ ਲੈ ਕੇ ਘਰ ਦੇ ਜਿਤਨੇ ਕੰਮ ਨੇ, ਤੇਰੇ ਦੁਨਿਆਵੀ ਕੰਮ ਨੇ, ਉਹਨਾਂ ਕੰਮਾਂ ਨੂੰ ਤੂੰ ਘਟਾਉਂਦਾ ਜਾ, ਬਾਣੀ ਦੀ ਖੋਜ ਦਾ ਸਮਾਂ ਜ਼ਿਆਦਾ ਕਰਦਾ ਜਾ। ਅਸੀਂ ਕੀ ਸੋਚ ਲਿਆ, ਮੈਂ ਸਿਰਫ ਸਵੇਰੇ ਗੁਰਦੁਆਰੇ ਜਾਣਾ ਹੈ ਜਾਂ ਘਰ ਗੁਟਕਾ ਪਕੜਨਾ ਹੈ ਔਰ ਇੱਕ ਵਾਰੀ ਕਰਕੇ ਫਿਰ ਗੁਰੂ ਪਾਤਸ਼ਾਹ ਨੂੰ ਕਹਿਣਾ ਤੁਸੀਂ ਹੁਣ ਮਸਤ ਰਹੋ, ਹੁਣ ਮੈਨੂੰ ਨਾ ਰੋਕਣਾ, ਹੁਣ ਮੈਨੂੰ ਆਪਣੇ ਬਾਕੀ ਸਭ ਕੰਮ ਕਰਨੇ ਨੇ। ਤੋ ਅਸੀਂ ਰਹਿਨੁਮਾਈ ਨਹੀਂ ਲੈ ਪਾਵਾਂਗੇ ਗੁਰੂ ਦੀ। ਅਸੀਂ ਗੁਰੂ ਦੀ ਮੱਤ ਪਲ ਪਲ ਲੈਣੀ ਹੈ। ਜੇ ਗੁਰਦੁਆਰੇ ਵੀ ਆਏ ਆ, ਪਾਠ ਵੀ ਕਰ ਰਹੇ, ਉਹਨੂੰ ਨਾਲ ਲੈ ਕੇ ਜਾਣਾ ਹੈ, ਘਰ ਲੈ ਕੇ ਜਾਣਾ ਹੈ। ਸੋਚਣਾ ਹੈ ਮੈਨੂੰ ਅੱਜ ਕੀ ਕਿਹਾ ਗਿਆ ਸੀ, ਮੇਰੇ ਤੇ ਢੁਕਦਾ ਕਿਵੇਂ, ਮੈਨੂੰ ਬਿਹੇਵ ਕਿਵੇਂ ਕਰਨਾ ਹੈ। ਸੋ ਅਸੀਂ ਇਹਦੇ ਵਿੱਚ ਕਹਿ ਰਹੇ ਨੇ ਹਰ ਮੇਲੋ ਸਤਿਗੁਰ ਦਿਆ ਕਰ। ਆਪਣੇ ਆਪ ਨਾਲ ਚੈੱਕ ਕਰਨਾ ਹੈ ਕਿ ਮੈਂ ਸਤਿਗੁਰ ਜੀ ਨੂੰ ਮਿਲਣਾ ਚਾਹੁੰਦਾ ਹਾਂ। ਗੁਰਬਾਣੀ ਅਨੁਸਾਰ ਸਤਿਗੁਰ ਜੀ ਸਰੀਰ ਨਹੀਂ ਹੁੰਦੇ ਨੇ। ਇਹ ਅਸੀਂ ਗੱਲ ਪੱਕੇ ਪੱਲੇ ਬੰਨ੍ਹ ਲੈਣੀ ਹੈ ਕਿ ਗੁਰਬਾਣੀ ਅਨੁਸਾਰ ਸ਼ਬਦ ਗੁਰੂ ਗੁਰੂ ਹੁੰਦਾ ਹੈ। ਪਹਿਲੇ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਇਹ ਗੱਲ ਸਮਝਾ ਦਿੱਤੀ ਗਈ ਹੈ। ਉਹ ਕਹਿੰਦੇ ਪਏ ਨੇ ਮੇਰਾ ਸ਼ਬਦ ਗੁਰੂ ਸੁਰਤ ਤੁਨ ਚੇਲਾ। ਜਦੋਂ ਉਹਨੂੰ ਪੁੱਛਿਆ ਸੀ ਤੁਹਾਡਾ ਗੁਰੂ ਕੌਣ ਹੈ, ਸੋ ਪਹਿਲੇ ਗੁਰੂ ਤੋਂ ਹੀ ਇਹ ਦ੍ਰਿੜ ਕਰਾ ਦਿੱਤਾ ਗਿਆ ਕਿ ਬਾਣੀ ਗੁਰੂ ਹੈ, ਸ਼ਬਦ ਗੁਰੂ ਹੈ। ਇਸ ਤੋਂ ਇਲਾਵਾ ਉਹਨਾਂ ਤੋਂ ਪਹਿਲਾਂ ਕਬੀਰ ਸਾਹਿਬ ਪੁੱਛ ਰਹੇ ਨੇ, ਜਦੋਂ ਸਿੱਖ ਨਹੀਂ ਸਨ। ਕਬੀਰ ਸਾਹਿਬ ਕਹਿ ਰਹੇ ਨੇ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਉ ਵਿਵੇਕੋ। ਅੱਛਾ, ਕਬੀਰ ਸਾਹਿਬ ਵੀ ਆਪਣੇ ਗੁਰੂ ਦੀ ਗੱਲ ਕਰ ਰਹੇ ਨੇ। ਸਾਨੂੰ ਕਹਾਣੀਆਂ ਤੋਂ ਸੁਣਨ ਨੂੰ ਮਿਲਦਾ ਕਬੀਰ ਕਾ ਗੁਰੂ ਰਾਮਾਨੰਦ ਥਾ, ਪਰ ਕਬੀਰ ਸਾਹਿਬ ਕਹਿ ਰਹੇ ਨੇ ਕਹੋ ਕਬੀਰ मैं सो गुर पाया जहाँ का नाम विवेको। ਇਹਦੇ ਨਾਲ ਇਹ ਚੈੱਕ ਹੋਏਗਾ कि कबीर जी का गुरु रामानंद जी नहीं थे। कबीर जी तो बोल रहे हैं अपनी ज़बान से, जो गुरु ग्रंथ साहब में दर्ज है कि कबीर जी का गुरु है। कहो कबीर मैं सो गुर पाया जहाँ का नाम विवेको। और कबीर जी अपने गुरु के बारे में कहते हैं सतगुर मेरा सदा सदा ना आवे ना आ जाए, वो अविनाशी पुरख है सब में रिया समाए। ਤਾਂ ਕਬੀਰ ਜੀ ਜਾਂ ਕਰਨਾ ਉਹ ਵਿਵੇਕੋ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਤਿਗੁਰ ਮੇਰਾ ਸਦਾ ਸਦਾ ਦੱਸਦਾ ਹੈ। ਸਤਿਗੁਰ ਦਾ ਮਤਲਬ ਹੁੰਦਾ ਹੈ ਟਰੂਥਫੁਲ ਲਿਵਿੰਗ ਦੀ ਨੌਲੇਜ। ਜਦੋਂ ਉਹਨੂੰ ਪ੍ਰੈਕਟਿਸ ਕਰਨ ਲੱਗ ਪੈਂਦੇ ਆ ਤਾਂ ਉਹ ਗੁਰ ਐਪਲਾਈ ਹੋ ਗਿਆ। ਇਹਨੂੰ ਪ੍ਰਤੱਖ ਗੁਰੂ ਨਿਸਤਾਰੇ ਕਹਿੰਦੇ ਨੇ। ਕੀ ਮੈਂ ਚਾਹੁੰਦਾ ਹਾਂ ਕਿ ਮੈਨੂੰ ਗੁਰੂ ਮਿਲੇ? ਕੀ ਮੈਂ ਚਾਹੁੰਦਾ ਹਾਂ ਮੇਰੀ ਅਗਵਾਈ ਕੋਈ ਕਰੇ?
ਨਿੱਕਾ ਬੱਚਾ ਤੇ ਚਾਹੁੰਦਾ ਹੈ ਕਿ ਮੈਂ ਡਿੱਗ ਪੈਂਦਾ ਮੇਰੀ ਬਾਂਹ ਫੜ ਲਓ। ਨਿੱਕਾ ਬੱਚਾ ਤੇ ਚਾਹੁੰਦਾ ਹੈ ਮੰਮੀ मैं साइकिल चलाऊँगा आप पकड़ लो, पापा आप पकड़ लो। 3 पहिए ਦੀ ਸਾਈਕਲ ਤੋਂ ਬਾਅਦ 2 पहिए ਦੀ ਸਾਈਕਲ ਤੇ ਆਉਂਦਾ ਪਾਪਾ ਆਪ ਪਕੜੋ ਮੈਂ ਚਲਾਊਂਗਾ। ਮੰਮੀ ਦੇਖੋ ਕਰਦੇ ਕਰਦੇ ਵੱਡੇ ਭਰਾ ਤੋਂ ਲੈ ਕੇ ਉਹ ਤੇ ਗਾਈਡੈਂਸ ਚਾਹੁੰਦਾ ਹੈ। ਅਸੀਂ ਆਪਣੇ ਜੀਵਨ ਵਿੱਚ ਗਾਈਡੈਂਸ ਚਾਹੁੰਦੇ ਹਾਂ ਕਿ ਨਹੀਂ ਚਾਹੁੰਦੇ ਹਾਂ? ਜੇ ਨਹੀਂ ਚਾਹੁੰਦੇ ਹਾਂ ਉਹਨੂੰ ਈਗੋ ਕਹਿੰਦੇ ਨੇ। ਮੇਰੀ ईगो है, मैं तो पढ़ गया हूँ, मेरी ईगो है, हम तो अमीर हैं, मेरी ईगो है, मुझे तो सेल फ़ोन चलाना आता है, मेरी ईगो है, मुझे कार चलानी आती है, मेरी ईगो है कि मेरे को कंप्यूटर आता है, मेरी ईगो है मेरी ज़ात पात है, मेरी ईगो है हमारा तो मकान है ही है, अब मेरे को गुरु साहब की क्या ज़रूरत है। ਇਹ ਭੁਲੇਖੇ ਪੈਂਦੇ ਨੇ, ਇਹ ਸਾਡੀ ਈਗੋ ਦੇ ਕਾਰਨ ਪੈਂਦੇ ਨੇ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਹਰ ਮੇਲੋ ਸਤਿਗੁਰ ਦਿਆ ਕਰ ਗੁਰ ਕੋ ਬਲਿਹਾਰੀ। ਕਿਉਂ ਕਹਿੰਦੇ ਨੇ? ਆਖਰੀ ਪੰਕਤੀ 'ਚ ਪੌੜੀ ਸ਼ੁਰੂ ਹੋਏਗੀ, ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ। वो ख्याल नर ਦਾ ਮਤਲਬ ਹੈ ਉਸ ਮਨ ਕੇ वो वाले ख्याल, ਮਨ ਨੂੰ ਨਰ ਕਹਿ ਰਹੇ ਨੇ, वो वाला मन बुरा है। कोई इंसान बुरा नहीं है, ਇਹ ਗੱਲ ਬਿਲਕੁਲ ਨਾਲ ਪੱਲੇ ਬੰਨ ਕੇ ਚੱਲਣੀ ਹੈ। इंसान कोई बुरा नहीं होता है। जिन्ना गुर गोप्या अपना, गोप्या का मतलब क्या होता है? जिन्हों ने छुपाया। छुपाया मीन्स जिन्हों ने इग्नोर किया, जिसने सच को इग्नोर किया, जिस ख्याल से या जिस बेहोशी से मैं एस्केप कर गया और इग्नोर कर दिता। कल ही मेरे नाल इंज होया कि फर्स्ट टाइम मेरे नाल होया कि मैं रेड लाइट ते कार चला रहा सी ते 3-4 कारां खड़ियां सी, मैं पिछे खड़ा हो गया, मैनूं पता ही नहीं कि मैं की इग्नोर कर रहा। कदी साडी कार 2 नंबर ते भी खड़ी होंदी है, 3 नंबर ते भी, 4 नंबर, ट्रैफिक जैम होंदा, रेड लाइट होंदी है। पर कल मैं ITO दे कोल अपनी कार पहले नंबर ते रेड लाइट ते खड़ी की और जीब्रा क्रॉसिंग दे अद्धी क्रॉस करन तो बाद मेरी कार जीब्रा क्रॉसिंग के आधी के ऊपर खड़ी थी। पुलिस वाला आया, उसने मेरी फ़ोटो खींच ली। मैं उससे बहस नहीं कर सकता, मुझे समझ में आ गया। मैं की कीता, नियम दा ए वाला तरीका जिहड़ा मैसेज सी कि जीब्रा क्रॉसिंग के ऊपर कार को खड़ा नहीं करते हैं, जीब्रा क्रॉसिंग पैदल वालों के लिए है। इग्नोरेंस ऑफ द लॉ इज़ नॉट एक्सक्यूज़। मनु गल समझ आ गई। इंज मैं अपनी जिंदगी विच जेड़े जेड़े सच नूं इग्नोर करदा हाँ, उन्होंने कहते ने वो मेरे मन का ख्याल बुरा है जो मनु सच नूं इग्नोर करन वास्ते टेम्पटिंग करांदा है। अब ये छोड़ना यार, ये एथिक्स की बातें छोड़ो। उन्होंने कहते ने जिन गुर गोप्या अपना। एक तो ये गल भी है कि जेड़े प्रचारक सच ना दसन वो भी गुर गोप्या च ही आणगे। जेड़े चोला पा लैण, कुर्ता पजामा पा लैण, गले च चिट्टा परना भी पा लैण, भावें जो मर्जी कानून पास नूं ओ विआह लैण, लेकिन इत्थे बैठ के सच ना बोलन। सानू कई जगह नहीं बोलन देंदे। गल मैं बड़े दुख नाल कहंदा और मैनू घर जाके बार बार मम्मी कहते हैं भी तू क्यों बोलना है। मैं बार बार बोलता भी ये पता नहीं कित्थों आ गया बई जी कुर्ता पजामा पा के ही करना पेगा, गले च परना ही लपेट के करना पेगा, भावें बैठ के झूठ बोलो। ये तो फिर उसे भी आएगा चिट्टे जिनके कपड़े मैले चित कठोर जियो। सो ये ऐसा कोई लॉ नहीं है कि कुर्ता पजामा पा के कोई खास ड्रेस वाला करता है। एनीवेज ਜਦੋਂ ਅਸੀਂ ਸੱਚ ਬੋਲਣ ਦੀ ਸਟੇਜ ਤੇ ਬੈਠੇ ਹਾਂ, ਸਾਡੇ ਕੋਲ ਚਾਂਸ ਹੈ। ਮੇਰਾ ਬੱਚਾ ਕੁਝ ਪੁੱਛ ਰਿਹਾ, ਮੈਂ ਉਹਨੂੰ ਝੂਠ ਦੱਸ ਦਿਆਂ, ਕਿੱਥੇ ਵੀ ਰੱਖ ਲਓ, ਆਪਣੇ ਆਪ ਨੂੰ ਕਿੱਥੇ ਵੀ ਕਾਊਂਟ ਕਰ ਲਓ, ਸਿਰਫ ਧਰਮ ਦਾ ਪ੍ਰਚਾਰ ਹੀ ਨਹੀਂ। ਜਦੋਂ ਅਸੀਂ ਸੱਚ ਨੂੰ ਇਗਨੋਰ ਕਰਦੇ ਹਾਂ ਤਾਂ ਇਹ ਪੰਕਤੀ ਸਾਡੇ ਤੇ ਟੁਕਦੀ ਹੈ, ਪੌੜੀ, ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ। ਨਰ प्लूरल है, वो वाला हर ख्याल बुरा है जो मेरा मन मेरे को सच को इग्नोर कराता है। साडा मन कहेगा सीरियल देख लो,
साडा मन कहेगा फिल्मां चले जाओ, साडा मन कहेगा अगर शादी सुबह 8 बजे है और शाम के 4 बजे तक होगी तो हम खड़े रहेंगे। लेकिन जब से शादी होगी तो हम शादी में खड़े रहेंगे, बातें करते रहेंगे, खाते रहेंगे, बातें करते रहेंगे, एक दूसरे से एक दूसरे के कपड़ों की बातें करेंगे, शादी में क्या क्या दाज है उसकी बातें करेंगे। लेकिन अगर बीच में जब आनंद कारज होगा तो बोलेंगे गुरुद्वारे जाओ, वहाँ पर मुंडा कुड़ी और उसके मम्मी पापा चले जाओ, 4 बंदे वहाँ चले जाओ, हम तो शादी अटेंड कर रहे हैं। यह जिहड़ा ख्याल है, यह ख्याल सानू आनंद कारज अटेंड ही नहीं करन देता। किन्ने असी विक्टिम हो गया, जिन्ना गुर गोपिया अपना ते नर बुरियारी। वो ख्याल बुरे हैं जो मुझे सच तक पहुंचने नहीं देते, बल्कि सच को छुपा देते हैं, सच से मेरा एस्केप करा देते हैं। हर जियो तिनका दर्शन ना करो, ऐसे ख्याल मत लो। ये अर्थ नहीं ने जो इंसान तुमको सच नहीं बताता है उसको मत देखा करो, इंज नहीं है। असी घट घट मैं हरजू बसे देखना है। ਅਸੀਂ ਕਿਸੇ ਬੰਦੇ ਨੂੰ ਇਗਨੋਰ ਨਹੀਂ ਕਰ ਸਕਦੇ ਹਾਂ, ਕਿਸੇ ਬੰਦੇ ਨੂੰ ਸਾਕਤ ਨਹੀਂ ਕਹਿੰਦੇ ਨੇ। ਕਬੀਰ ਜੀ ਕਹਿੰਦੇ ਨੇ ਸਾਕਤ ਸੰਗ ਨਾ ਕੀजिए दूर जाइए भाग। ਉਹਦਾ ਮਤਲਬ ਇਹ ਨਹੀਂ ਹੁੰਦਾ ਕੋਈ ਬੰਦਾ ਸਾਕਤ है, ਉਹ तुम मेरे नेड़े नहीं आना, मैं तुमसे दूर रहना। नहीं, हम किसी बंदे को लेबल नहीं कर सकते कि तुम साकत हो। अगर हम किसी को कहेंगे साकत हो तो मेरा यहाँ घमंड बोल रहा है कि मैं बड़ा शरीफ आदमी हाँ, मैं बड़ा संत हाँ। कोई बंदा साकत नहीं होता, ख्याल साकत होंदे ने। कबीर सब ते हम बुरे हम तज भलो सब कोए। हम का मतलब है नहीं कि मैं पैड़ा, हम बुरे का मतलब है ए हम वाले ख्याल बुरे हैं। ए जो हम लाई हुई ने, मैं हम साडे वर्गा। कबीर सब ते हम बुरे हम तज, हम को छोड़ दिए, हम वाले ख्याल छोड़ दे, भलो सब कोए नजर आएंगे। हम तज भलो सब कोए। जिन ऐसा कर बूझिया मीत मारा सोए, उन्होंने रब जी दी मित्रता प्राप्त हो जाती है, ਉਹਦਾ मन ਉਹਦਾ सज्जन मित्र बन जाता है। सो कहते ने हर जियो तिनका दर्शन ना करो। दर्शन का मतलब की होता है वो वाला सुनेहा, वो वाला मैसेज मत लो। दर्शन का मतलब यह नहीं होता कि असी किसी चीज़ नू देखना है, मन करके उस सुनेहे नू नहीं लेना। हर जियो तिनका दर्शन ना करो, पापिष्ठ हत्यारी, वो सानू मन दे पासे वाला बना देंदे ने। वो एक घर घर फिरे कुशुद्ध मन, मन उन्हां दे नाल कुशुद्ध होंदा है और वो हर किसी दे उत्ते जमा वांगू अटैक करते हैं। भैड़े ख्याल साडे ते अटैक करते हैं। भैड़े ख्यालां नू, मंदे ख्यालां नू, ईवल थॉट्स नू, वाइसिस नू, जो भी मंदा ख्याल आंदा है, इनू गुरबाणी विच जींदे जी जम कहंदे ने। मरण तो बाद वाले जमा की गुरबाणी कोई गल नहीं करती है। काश असी इस तरीके नाल विचार के चढ़िए। जब हम मर जाएंगे और जम आएंगे, घसीट के ले जाएंगे, नरकों में ले जाएंगे, कड़ा होगा वहाँ डालेंगे, सज़ा देंगे, वो वाले जमा की गुरबाणी कोई गल नहीं है। गुरबाणी जींदे जी मेरे मंदे ख्यालों नू जम कहती है। मंदे ख्यालों के जम जो जम आए केस कै पट गए दा मतलब होंदा है मैनू टैंपटिंग करांदे ने, मैनू घसीटदे ने भैड़े पासे। जींदे जी वो एक घर घर फिरे कुशुद्ध मन, जो धरकट नारी, जिन्हां दे कोल सच दी मत नहीं होंदी है, वो सानू ड्रैग करते ने। वड भागी संगत मिले गुरमुख सवारी। गुरमुख का मतलब होंदा है गुरु दे मुख तो निकली हुई बात। गुरु दे मुख तो निकली हुई बात नू लैके अपने आप नू सवारना वड भागी होंदा है, जिहड़ा वड्डे भाग अपने बनांदा है। एक गल मैं सांझ कर ਲਾਂ, ਅਸੀਂ इस शब्द नू डिटेल विच पढ़ांगे। जदों शब्द असी पढ़ते हैं ना, बिन भागां सत्संग ना लभै, ਤਾਂ ਅਸੀਂ ਪਤਾ ਕੀ ਸੋਚ ਲੈਂਦੇ ਹਾਂ, ਉਹ ਮੇਰੇ ਘਰ ਮਹਿਮਾਨ ਆ ਗਏ ਸੀ, ਮੈਂ ਤੇ ਅੱਜ ਸਤਸੰਗ ਤੇ ਆ ਹੀ ਨਹੀਂ ਸਕੀ। ਦੇਖੋ ਨਾ, ਬਾਣੀ ਜੀ ਕਿ ਬਿਨ ਭਾਗਾਂ ਸਤਸੰਗ ਨਾ ਲੱਭੇ। ਇਸ ਤਰੀਕੇ ਨਾਲ ਅਸੀਂ ਆਪਣਾ ਐਸਕੇਪ ਬਣਾ ਕੇ ਜਸਟੀਫਾਈ ਕਰ ਲੈਂਦੇ ਹਾਂ। ਸ਼ਬਦ ਇਹ ਨਹੀਂ ਕਹਿ ਰਿਹਾ ਵੀ ਤੁਹਾਡੇ ਭਾਗਾਂ 'ਚ ਨਹੀਂ ਹੋਏਗਾ ਤੇ ਸਤਸੰਗ ਨਹੀਂ ਮਿਲੇਗਾ। ਇਹ ਭਾਗਾਂ ਦੀ ਗੱਲ ਪਿਛਲੇ ਜਨਮ ਦੀ ਗੱਲ ਇਹ ਗੁਰਮਤਿ ਨਹੀਂ ਮੰਨਦੀ ਹੈ। ਪਿਛਲੇ ਜਨਮ ਦੇ ਮੱਥੇ ਲਿਖੇ ਭਾਗਾਂ ਦੇ ਕਰਮ ਦੀ ਗੁਰਬਾਣੀ ਗੱਲ ਨਹੀਂ ਮੰਨਦੀ ਹੈ। ਭਾਗ ਅਸੀਂ ਇੱਥੇ ਬਣਾਉਂਦੇ ਹਾਂ।
जो इंटरेस्टेड नहीं है वो बिन भागा है। सो ਅਸੀਂ ਬਿੰਦੀ नहीं ਲਾਵਾਂਗੇ, ਅਸੀਂ उच्चारण करेंगे बिन भागा। बिन भागा का मतलब जो इंटरेस्ट नहीं लेता। जो इंटरेस्ट नहीं लेता वो क्या करता है? बिन भागा सत्संग ना लभे, वो ढूंढता ही नहीं है क्योंकि वो अपने भाग बनाना नहीं चाहता। ब्लेम अपने ते लावांगे, रिस्पॉन्सिबिलिटी अपने ते रखांगे। वरना जे हर गल का कि ये इसके लिए हुआ है क्योंकि पिछले जन्म के मत्थे लिखे भागों के कारण हुआ है। गुरबाणी नहीं मनती। गुरबाणी कहती है तू इत्थे मंदे ख्यालों वाले मस्तक भाग मंदेरे मिठाने ने और मस्तक भाग चंगेरे लिखने ने। जदों तू मस्तक भाग चंगेरे मीनस अपने सुभाव नूं फिक्सअप करेगा तो तू वड भागी बन जाएगा। सो बिन भागा, जो बिन भागा वाला होता है, जो इंटरेस्टेड नहीं है कि मैं सुधर जाऊं, सत्संग ना लभे। अच्छा जो सत्संग असी नहीं लभदे हैं तो की होंदा है? बिन संगत मैल भरीजै जियो। संग नहीं ना लभ्या, सत्संगत नहीं लभी, अब तेरे अंदर मैल भरेगी। ऐसे दिस केमिस्ट्री इज लाइक दिस। अगर मैं आज मैले करैक्टर वाला हाँ, इसका मतलब मैंने सत्संग नहीं किया था। साडे मम्मी पापा, साडी दादा दादी, नाना नानी की कर रहे हैं? सीरियल देख रहे हैं। घर सत्संग नहीं हो रहा, इसलिए हमारे बच्चे बिगड़ रहे हैं। तुम बच्चों को क्या कहेंगे? इनको सत्संग नहीं मिला, है ना। आज की दादी बच्चों के साथ चार साहिबजादे या गुरबाणी की गल तो कर ही नहीं रही। आज की दादी क्या देख रही है? बेटा तुम चुप करो, शोर मत पाओ, मैं कुमकुम भाग्य देख रही हूँ। आज की दादी तो यही बोल रही है। सो सत्संग हो ही नहीं रहा। जो सत्संग हो ही नहीं रहा तो की होएगा? मैल भरेगी। फिर अफसोस मनाने का कुछ फायदा नहीं है। मैं ਇਹਦੇ ਨਾਲ ਗੱਲ ਸਾਂਝ ਕਰ ਰਿਹਾ ਸੀ ਕੱਲ परसों, ਜਦੋਂ ਅਸੀਂ ਕਹਿੰਦੇ ਨਾ भगतहीन नानक जे होएगा तो खसमे ना होना चाहिए। ये उच्चारण ही गलत है। सानू उच्चारण करना है, अपने आप को कहना है, ओए मेरे मन भगतहीन नानक जे होएगा। ओए तू जे भगतहीन होएगा तो पता है क्या होगा? तो खसमे ना होना चाहिए। फिर भगवान के ऊपर ब्लेम लगाने की जरूरत नहीं है। भगतहीन का मतलब मैं विजडम की जैकेट ली ही नहीं, मैं विजडम का दूध पीता ही नहीं। बिन भागा सत्संग ना लभै, बिन संगत मैल भरीजै जियो। मैं धन्नवाद कर रहा इत्थों के प्रबंधकों का भी कि मैनू आनसर सारे प्रबंधक मिले ने, या तो बाहर मिले ने तो या उत्थे लंगर पका रहे सन। मोस्टली तो प्रबंधक मिलते ही नहीं ने। प्रबंधक सत्संग लभन आए ही नहीं ने। वो तो गोलक को मैनेज करने आए हैं, वो तो संगमरमर चलाने के लिए आए हैं, या पुरानी कमेटी को फेल करने आए हैं, या इलेक्शन की बात करने आए हैं। सत्संग तो लभन आए नहीं। इस करके प्रबंधकों के अंदर मैल भर गई। मैल भर गई तो तेरी कमेटी को हराना है, अपनी कमेटी को जिताना है। मैल भर गई है तो हमने शराबे बांटनी है। बिन संगत मैल भरीजै जियो। गुरुद्वारा मैल नहीं भरदा है। गुरुद्वारा तो सत्संग सिखांदा है। सत्संगत सतगुर चटसाल है, जित हर गुण सिखा। तो असी तो सीखण आए हैं। सो कहते पे ने वड भागी संगत मिले। गुरु दे मुख तो निकली हुई बात दे नाल अपने आप नूं सवारदा है हर मेलो सतगुर। इस करके मैं भी जाचना करदा। ए पौड़ी है। हुण इसते डायरैक्शन ही इसनों समझण वास्ते ही श्लोक नाल लगाए गए ने। श्लोक महला तीजा। तुसी घर बाणी पढ़ते हो और यह वाक आ जाता है। तुसी सब ने इसनों पढ़िया होना। रेजन उथारै दब्बिओ। उथारै की होंदा है? उथारै का मतलब कोश ही सिंपली लिखिया है, जदों साडे
ਹਾਰਟ ਉੱਤੇ, ਛਾਤੀ ਉੱਤੇ ਭਾਰ ਹੋਵੇ ਤਾਂ ਸਾਡੇ ਸੁੱਤਿਆਂ ਭਾਰ ਕਿਹੜਾ ਪੈ ਜਾਂਦਾ? ਸਾਡੇ ਹੱਥ ਦਾ। ਇਹ ਸਿੰਪਲੀ ਇੰਜ ਦਾ ਮੀਨਿੰਗ ਲਿਖਿਆ ਹੈ। कई बारी कहते ओह रात को डरावना सपना आ गया था, छाती पे हाथ रखा हुआ था ना। वैसे छाती पे हाथ रखने से सपने पैड़े नहीं आते हैं, यह भुलेखा है। उथारा दा लफ्जी लिटरल मीनिंग। लेकिन असी शब्द चों बाणी चों अपने बारे समझना है, मेरे मन उत्ते कोई भार है, ਇਹਦੇ ਭਾਵਰਥੀ 'ਚ ਉਹ ਉਥਾਰਾ ਹੈ। ਛਾਤੀ 'ਤੇ ਹੱਥ ਰੱਖਣਾ ਕਿਆ ਉਥਾਰਾ ਦੀ ਗੱਲ ਨਹੀਂ ਚੱਲ ਰਹੀ। ਕਈ ਵਾਰੀ ਮੈਨੂੰ ਬਚਪਨ ਤੋਂ ਡਰਾਵਨੇ ਸੁਪਨੇ ਆਉਂਦੇ ਸੀ। ਅਸੀਂ ਜਿਸ ਕਲੋਨੀ 'ਚ ਰਹਿੰਦੇ ਸੀ, ਸਾਡੇ ਸਾਹਮਣੇ ਵਾਲੇ ਘਰ ਵਿੱਚ, ਮੈਂ ਛੋਟਾ ਸੀ, ਸਾਹਮਣੇ ਵਾਲੇ ਘਰ ਵਿੱਚ ਉਹ ਛੁੱਟੀਆਂ 'ਚ ਗਏ ਹੋਏ ਸੀ, ਤਾਲਾ ਲੱਗਾ ਸੀ, ਗਲੀ 'ਚ ਹਨੇਰਾ ਸੀ, ਉਹਨਾਂ ਦੇ ਘਰ ਚੋਰ ਆ ਗਏ। ਜਦੋਂ ਮੈਂ ਬਾਹਰ ਗਿਆ ਚੋਰਾਂ, ਮੈਂ ਕਿਹਾ ਉਹ ਚੋਰ ਚੋਰ ਚੋਰ, ਚੋਰਾਂ ਨੇ ਮੈਨੂੰ ਧੱਕਾ ਦਿੱਤਾ, ਮੈਂ ਗਿਰ ਗਿਆ, ਚੋਰ ਦੌੜ ਗਏ। ਮੇਰੇ ਮਨ ਅੰਦਰ ਉਹ ਸੀਨ ਹੁਣ ਵੀ ਹੈ। कई बारी मनु वो सीन ख्याल ही आ जाता है। पर मैं सोचता सी अगर मैं लेफ़्ट सोता हूँ शायद मेरे को डरावना सुपना आता है, कभी सोचता नहीं राइट सोता हूँ डरावना सुपता है। कभी मैं अपनी माँ को कहता सी बीजी जो मैं तुहाडे नाल नहीं सोंदा मैनू डरावना सुपना आता है। कभी मैं इंज सोचदा, कभी इंज सोचदा। इंज ही लोग कहते हैं छाती पे हाथ रखा तो डरावना सुपना आया। साध संगत जी ए उथारे दी मैं तुहाडे नाल विचार सांझ कर रहा। रे जन ओए मेरे मन उथारे दब्बिओ। उथारे दा मीनिंग है तेरे मन उत्ते कोई मंदे ख्यालों का गिल्ट वाला भार है। जो साडे मंदे ख्याल होने तो उन्हां दी मन अंदर उधेड़ बुन चलती रहती है और वो साडे ख्यालों में चलण के कारण राती सानू सुपने आते हैं। किसी नूं किहड़े वाला, किसी नूं किहड़े वाला, किसी नूं डरावना, किसी नूं धीआं पुत्तर दे विआह ना होण दा, किसी नूं मकान बनाउण दा, किसी नूं कुछ, किसी नूं कुछ। जैसे जैसे सुपने आते ने वैसे वैसे उन्हां दी अंदरों दे ख्यालां दी कैमिस्ट्री चलती रहिंदी है। रे जन उथारे दब्बिओ सुत्तियां गई विहाए। जिहड़े कहंदे ने शरीर पर या छाती पर हाथ रखने दे बदले अपने आप नाल टुका के देखो। मैं फ़र्ज़ करो कोई माड़ा कम किया, फ़र्ज़ करो मैंने रिश्वत ली थी, फ़र्ज़ करो मैंने किसी को मूर्ख बना के 4 पैसे लूट लिए, अब वो चला गया या मर गया, या मैंने कोई भी माड़ा कम किया। उस माड़े कम नूं जदों मैं अपने बहुत क्लोज फ्रेंड, भावें अपने मम्मी पापा, भैन भरा, पति पत्नी, बच्चे या फ्रेंड, जदों मैं उहदे नाल डिस्कस करांगा ना तो असीं की वर्ड यूज़ करते हैं? असीं वर्ड यूज़ करते हैं यार मेरे मन उत्ते ना एक भार है। भार हमेशा अवगणी ख्यालों का, गिल्ट का, मंदे ख्यालों का होता है। मेरे मन के ऊपर भार है, तेरे से बात कर रहा हूँ, सिर्फ किसी को बताइयो मत। अपनी सारी गल उन्होंने सुना देंदे आ, फिर सुनाने तो बाद पता ही कहते हैं तुहाडे नाल ना मैं अपने मन का भार हौला कर लिया। पर इंज पार कदे नहीं होता। आज हम वहाँ जा रहे थे और एक बुढ़ी सड़क पार करना चाहती थी, पापा मैंने ना उसको सड़क पार कराई। ये मेरे मन के ऊपर बड़ा भार था। इंज तो होता ही नहीं है, चंगे काम का तो भार ही नहीं होता। मंदे कम्मां दा भार होता है, मंदे ख्यालों का भार होता है। मंदे ख्याल आए क्यों ने? जिन गुर गोप्या अपना ते नर बुरियारी। पौड़ी विच पूरा सार है। काश इंज विचारा होण, काश साडे ਵੱਡੇ ਵੱਡੇ ਜਿਹੜੇ ਸਥਾਨ ਨੇ ਉਹਨਾਂ ਤੋਂ ਇਹਨਾਂ ਇਸ ਤਰੀਕੇ ਦੀਆਂ ਵਿਚਾਰਾਂ ਹੋਣ। ਅਸੀਂ ਹਮੇਸ਼ਾ ਤੁਸੀਂ ਦੇਖਣਾ, ਮੈਂ ਕਿੰਨੀ ਵਾਰੀ ਸਾਂਝ ਕੀਤੀ ਹੈ ਕਿ ਮੈਂ ਇੱਕ ਵਾਰੀ ਫਲੋਰੀਡਾ ਗਿਆ, ਉੱਥੇ ਇੱਕ ਬਜ਼ੁਰਗ ਮੈਨੂੰ ਪੁੱਛਦੇ ਨੇ ਕਿ ਮੈਂ ਤੁਹਾਡਾ ਟੀਵੀ ਤੇ ਪ੍ਰੋਗਰਾਮ ਦੇਖਿਆ, YouTube ਤੇ ਦੇਖਿਆ, ਬੜੇ ਦਿਨਾਂ ਤੋਂ ਮੈਂ ਇੰਤਜ਼ਾਰ ਕਰ ਰਿਹਾ ਸੀ, ਅਗਰ ਭੁਪਿੰਦਰ ਸਿੰਘ ਫਲੋਰੀਡਾ में आएगा तो मैं उससे पूछूंगा। मैं कहा हाँ जी गल ਸਾਂਝ करो, ਤੁਸੀਂ ਵੱਡੇ ਹੋ, ਬਜ਼ੁਰਗ ਹੋ, ਮੈਂ ਜ਼ਰੂਰੀ ਨਹੀਂ ਹੈ ਮੈਂ ਤੁਹਾਨੂੰ ਦੱਸ ਸਕਾਂ, ਪਰ ਜੇ ਮੈਨੂੰ ਕੁਝ ਸਮਝ ਹੋਏਗੀ ਤਾਂ ਮੈਂ ਸਾਂਝ ਕਰਾਂਗਾ। ਕਹਿੰਦੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਹਰ ਸ਼ਬਦ ਆਪਣੇ 'ਤੇ ਟੁਕਾਉਣਾ ਚਾਹੀਦਾ ਹੈ, ਪਰ ਜੇ ਸਤਿਗੁਰ ਦੀ ਗੱਲ ਉਹਨਾਂ ਦੇ ਪੁੱਤਰਾਂ ਨੇ ਨਹੀਂ ਮੰਨੀ ਸੀ, ਉਹਨਾਂ ਬਾਰੇ ਇਹ ਸ਼ਬਦ ਨਹੀਂ ਹੈ ਕਾਹੇ ਪੂਤ ਝਗੜਤ ਹੋ ਸੰਗ ਬਾਪ। ਮੈਂ ਪੁੱਛਿਆ ਪਾਪਾ ਜੀ ਤੁਹਾਡੀ ਉਮਰ ਕਿੰਨੀ ਹੈ? ਹੀ ਸੈਡ 80 ਸਾਲ। ਮੈਂ ਕਿਹਾ ਅੱਛਾ ਤੁਸੀਂ 80 ਸਾਲਾਂ ਤੋਂ ਇਹੀ ਸੁਣਿਆ?
ਪਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਮੈਂ ਇਹਨੂੰ ਮੱਥਾ ਟੇਕਦਾ, ਇਹ ਸ਼ਬਦ ਮੇਰੇ ਬਾਰੇ ਹੈ। ਬਾਣੀ 'ਚੋਂ ਲੱਭਾਂਗੇ ਪਿਤਾ ਨੂੰ ਸੰਤੋਖ ਕਹਿੰਦੇ ਨੇ, ਮੇਰੇ ਮਨ ਨੂੰ ਪੁੱਤਰ ਕਹਿੰਦੇ ਨੇ। ਜੇ ਮੇਰਾ ਮਨ ਸੰਤੋਖ ਨਹੀਂ ਮੰਨਦਾ, ਸੰਤੋਖ ਨਹੀਂ ਲੈਣਾ ਚਾਹੁੰਦਾ, ਡਿਸਕੰਟੈਂਟਿਡ ਹੈ, ਤ੍ਰਿਸ਼ਨਾ ਦੇ ਵਸ ਹੈ, ਉਹ ਕਸ਼ਮਕਸ਼ ਜਿਹੜੀ ਚੱਲਦੀ ਹੈ ਨਾ, ਉਹਨੂੰ ਕਹਿੰਦੇ ਨੇ ਕਾਹੇ ਭੂਤ ਝਗੜਤ ਹੋ ਸੰਗ ਬਾਪ। ਪਰ ਤੁਸੀਂ ਦਿਨੇ ਰਾਤੀ ਟੀਵੀ ਤੇ ਦੇਖ ਰਹੇ ਹੋ ਨਾ, ਲੋਕੀ ਸਿਰਫ ਸ਼ਬਦ ਨੂੰ ਗੁਰੂ ਪਾਤਸ਼ਾਹ ਜੀ ਦੇ ਜੀਵਨ ਕਾਲ ਦੀ ਕਹਾਣੀਆਂ ਦੇ ਨਾਲ, ਸਾਖੀਆਂ ਦੇ ਨਾਂ ਹੇਠਾਂ ਸਾਨੂੰ ਸੁਣਾ ਰਹੇ ਨੇ। ਮੈਂ ਕਿਸੇ ਨੂੰ ਮਨਾ ਨਹੀਂ ਕਰ ਸਕਦਾ, ਕਿਸੇ ਨੂੰ ਕੰਡੈਮ ਨਹੀਂ ਕਰ ਸਕਦਾ, ਪਰ ਜੇ ਸ਼ਬਦ ਸਾਡੇ ਤੇ ਟੁਕਾਇਆ ਜਾਏ, ਸਾਡਾ ਜੀਵਨ ਬਦਲ ਜਾਏਗਾ ਔਰ ਅਸੀਂ ਸੰਤੋਖੀ ਵੀ ਹੋ ਜਾਵਾਂਗੇ। ਪਰ ਅਸੀਂ ਸੰਤੋਖੀ ਹੋ ਨਹੀਂ ਪਾ ਰਹੇ ਹਾਂ, ਕਿਉਂਕਿ ਸ਼ਬਦਾਂ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ, ਇਹ ਵਾਲਾ ਸ਼ਬਦ पढ़ लो तो पुत्र मिलेगा, ये शब्द पढ़ लो तो रिश्ता हो जाएगा, ये शब्द पढ़ लो तो मकान बन जाएगा, ये शब्द पढ़ लो तो प्रमोशन मिल जाएगी। यही सिखाया जा रहा ना, यही प्रमोट किया जा रहा, ਤਾਂ ਅਸੀਂ ਸੰਤੋਖੀ ਥੋੜ੍ਹਾ ਨਾ ਹੋਵਾਂਗੇ, ਫਿਰ ਤਾਂ ਸਾਡਾ ਸੰਤੋਖ ਪਿਤਾ ਦੇ ਨਾਲ ਝਗੜਾ ਰਹੇਗਾ। ਸੋ ਕਹਿੰਦੇ ਨੇ ਸੁੱਤਿਆਂ ਗਈ ਵਿਹਾਏ, ਤੇਰਾ ਜੀਵਨ ਸੁੱਤਿਆਂ ਬੀਤ ਰਿਹਾ ਹੈ, ਤੇਰੀ ਜ਼ਿੰਦਗੀ ਸੁੱਤਿਆਂ ਬੀਤ ਰਹੀ ਹੈ। ਇਹਨਾਂ ਅੱਖਾਂ ਦੇ ਨਾਲ ਤੇ ਅਸੀਂ ਰਾਤ ਨੂੰ 6 8 10 ਘੰਟੇ ਸੌਂਦੇ ਹਾਂ, उस नींद दी गल नहीं चल रही है। जे बायोलॉजिकल शारीरिक नींद पर सोने की बात नहीं चल रही तो छाती के ऊपर हाथ रखने वाला उठार है, एदा मीनिंग गलत हो जाएगा। मानसिक तौर पे सुता हुए हैं किवें? इस ग्रह में कोई जागत रहे, कोई जागत साबत वस्तु हो अपनी लहै। इस ग्रह में कोई जागत रहे, कोई जागत साबत वस्तु हो अपनी। ਅਸੀਂ ਇਹਦਾ ਮਤਲਬ ਜਾਗ ਨਹੀਂ ਰਹੇ ਹਾਂ, ਅਸੀਂ ਹੁਣ ਸੁੱਤੇ ਹੋਏ ਹਾਂ। ਕਿਸ ਤਰ੍ਹਾਂ ਸੁੱਤੇ ਹੋਏ ਹਾਂ? ਅੱਖਾਂ ਖੁੱਲੀਆਂ ਨੇ, ਡੇ ਟਾਈਮ ਹੈ, ਨਾਈਟ ਟਾਈਮ ਹੈ, 24 ਆਵਰਸ ਅਸੀਂ ਸੁੱਤੇ ਹੀ ਹਾਂ। ਕਿਹੜੇ ਵਾਲਾ? ਆਤਮਕ। नैनो नींद पर दृष्ट विकार, श्रवण सोए सुन निंद विचार। रसना सोई लोग मीठे साथ, मन सोया माया बिस्माद। मन सोया माया बिस्माद। इस ग्रह में कोई जागत रहे, कोई जागत रहे, साबत वस्तु हो अपनी। ਹੁਣ ਕਹਿੰਦੇ ਨੇ नैनो नींद, अखा नींद पर दृष्ट विकार, जब दूसरे में देख के कुछ गलती ढूंढता है, नुक्स निकालता है या उसके गंदे ख्याल और आदतें ले लेता है, उन्होंने विकार कहते हैं। नैनो नींद पर दृष्ट विकार, मेरी आँखें सो रही हैं, भावें खुलियां ने, किसी दी कोई भी चीज़ देख के मैं हथियाना चाहता, विकार। श्रवण सोए सुन निंद विचार, अगर मैं निंदा करता हाँ या अपनी उस्तत सुनना चाहता हाँ तो मानो मेरे कान भी सो रहे हैं। नैनो नींद ए वाले कान नहीं, ए वाली अखा नहीं, मन दियां अखा, मन दे कान। श्रवण सोए सुन निंद विचार। रसना सोई, मेरी जीभ भी सुती हुई है। लोभ मीठे साथ, ਅਸੀਂ ਜਿੰਨੇ ਸਵਾਦਾਂ ਦੇ ਚੱਕਰਾਂ 'ਚ ਹਾਂ ਉਤਨਾ ਅਸੀਂ ਐਵੇਂ ਪਹਿਲਾਂ ਜ਼ਮਾਨੇ ਸੁਣਿਆ ਸੀ, ਕਦੀ 6 ਮਹੀਨੇ ਸਾਲ ਬਾਅਦ ਉਹ ਵੀ ਸਫ਼ਰ ਕਰਦੇ ਹੋਇਆ ਬਾਹਰ ਰੋਟੀ ਖਾਂਦੇ ਸੀ। ਹੁਣ ਹਫਤੇ 'ਚ ਅਸੀਂ 4 ਦਿਨ ਬਾਹਰ ਰੋਟੀ ਖਾਂਦੇ ਹਾਂ। ਹੁਣ ਵੀਕਐਂਡ ਦੀ ਵੀ ਗੱਲ ਨਹੀਂ ਰਹੀ।
जे असी घर आ भी जाते हैं तो मम्मी क्या बनाया, क्या टिंडे तोरी बनाती है, मेरे को मंगा दो, डोमिनो मंगा दो, पिज़्ज़ा मंगा दो, चावल मंगा दो, नूडल्स मंगा दो, ये मंगा दो, चिकन बिरयानी मंगा दो, कुछ भी असी डिमांड करते हैं। रसना सोई हुई है स्वादां दे ਚੱਕਰਾਂ ਵਿੱਚ। रसना दे स्वाद दे चक्कर ही साढ़े घर टूट गए ने। क्यों? क्योंकि पहले मम्मी एक ही दाल बनाती थी, हम उसी दाल से सारे घर वाले रोटी खाते थे, या एक सब्जी बनाती थी उससे खाते थे। आजकल क्या हो गया, ऐ कुछ और खाएगा, ऐ कुछ और खाएगा, वो कुछ और खाएगा, वो कुछ और खाएगा। मम्मी सारा दिन परेशान रहती थी, अब नहीं रहती है। पता क्यों? कहती है कौन तुहाडे सब दी अलग अलग बनाता रहे, एक नौकर रख लिया, जिमें मर्जी हो तेल पाए, जिमें मर्जी हो गंदी गोभी तोड़ धो के पका देवे, जिमें मर्जी मगरों लथो। मैं तंग आ गई, सारा कितना घर बर्बाद हो रहा है। ये साढ़े सारे घरां विच बीत रही है। रसना सोई, लोभ मीठे स्वाद, ग्रीडी है और मिठे स्वादां दे चक्करां विच पई हुई है। ਇਹਨੂੰ ਜੀਵਨ ਨਹੀਂ ਕਹਿੰਦੇ। ਮਤ ਜਾਣੋ ਜਗ ਜੀਵਦਾ ਦੂਜੇ ਪਾਏ ਮੁਯਾਸ। ਅਸੀਂ ਸੋਚ ਰਹੇ ਹਾਂ ਮੇਰੇ ਬੱਚੇ ਨੇ ਨੂਡਲ ਮੰਗਾਈ ਹੈ, ਮੰਗਾ ਦਿੱਤੀ ਹੈ। ਸਾਧ ਸੰਗਤ ਜੀ, ਨੂਡਲ ਪਚਦੀ ਨਹੀਂ ਹੈ, ਬਸ ਮੂੰਹ ਦੋ ਚੱਕ ਮਾਰੇ ਸਾਰੀ ਅੰਦਰ, 32 ਵਾਰੀ ਚਬਾਈ नहीं, वो अंदर गई, पचदी नहीं है। पेट साढ़े खराब हो रहे हैं। यह कोई ब्लैसिंग नहीं है कि हमारे पास पैसे हैं, हम पिज़्ज़ा मंगा के खा सकते हैं, हम बिरयानी मंगा के खा सकते। इट्स नॉट ब्लैसिंग। सुते हुए हैं। ਇਹਨੂੰ ਕਹਿੰਦੇ ਨੇ ਰਸਨਾ ਸੋਈ, ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਹਨੂੰ ਮਾਇਆ ਕਹਿੰਦੇ ਨੇ, ਇਹ ਬਿਸਮਾਦ ਹੈ, ਜ਼ਹਿਰ ਚੜਿਆ ਹੋਇਆ, ਨੀਂਦਰ ਵਿੱਚ ਸੁੱਤੇ ਹੋਇਆ। ਕਹਿੰਦੇ ਨੇ ਸੁੱਤਿਆਂ ਗਈ ਵਿਹਾਏ। तेरा जीवन इस तरह सुत्तियां बीत रहा है। मेरे मन सुन देख, सतगुर का शब्द सुन ना जाग्यो। हुण असीं इसका उच्चारण पता की गायकी च कीता, मैं स्पॉन्टेनियस ट्यून बनाई है, वो ठीक तरीके नाल पुटअप हो पाई कि नहीं हो पाई। असीं इसका उच्चारण करांगे, सतगुर का शब्द सुन सतगुर का शब्द सुन ना जाग्यो। जाग्या नहीं, सतगुर का शब्द सुन। जे मैं ये अर्थ करा कि सतगुर का शब्द सुन के नहीं जाग्या, तो मैं सतगुर की वैल्यू घटा रहा। बहुत बरीक है। मैनू कहना है, ओए मेरे मन, तू सतगुर का शब्द सुन ताकि तेरी नींद खुल जाए। जाग्या नहीं, जाग्या तो इस ग्रह में कोई जागत रहे, साबत वस्तु में जो जाग जाता है वो साबत वस्तु प्राप्त कर लेता है। जो सोया हुआ है, कई कहते ने फलाने नूं बड़ी नॉलेज सी, कई कहते ने फलाना बड़ा पाठ करता सी, कई कहते फलाना बड़ा गुरुद्वारे आंदा सी। देखो जी वो कुराए पै गया, देखो उन्हें कर लिया। ਇਹਦਾ मतलब उन्हें सतगुर की गल सुनी ही नहीं सी। यहां बैठ के बोलना और बात है, पर सुन के उसको अप्लाई करना और बात है। सो असी सतगुर का शब्द सुन ना जाग्यो, अंतर नो उपजो चाहो। तू जाग्या ही नहीं, तेरे अंदर चाह ही नहीं पैदा होया। केड़ा चाह? चाह असी पहला डिस्कस कर चुके हैं कि हर मेलो सतगुर दया कर, यह चाहू है। यह पौड़ी की आखिरी पंक्ति है। चाह पैदा होवे, काश प्रबंधक इस तरीके दे नाल प्रोग्राम बनान। अमेरिका के अंदर सिनागाग होंदा है ज्यूश लोगों का। सिनागाग दियां भी बिल्डिंगां होंदियां ने, लेकिन सिनागाग सिर्फ सवेरे ते शामी नहीं खुलता है। सारा दिन उन्हां दी अलग अलग एज ग्रुप दियां क्लासिस लगदियां ने, विचारा करते हैं। साडा सारा दिन असी आंदे ही नहीं। सवेरे एक बार हरजुग जुग भगत दोपहर तो बाद असी घर जाने, फिर असी शामी आते हैं। वो भी कई शामी नहीं आते हैं, कई वीकली आते हैं, कई संग्रांद आते हैं, कई 31 दिसंबर को सिर्फ आते हैं।
ਅਸੀਂ अपने गुरुद्वारे के सिस्टम ही चेंज कर सकते हैं। ये टाइम पे नौजवान आएंगे, ये टाइम पे घर के बुजुर्ग आएंगे, ये टाइम पे जो नौजवान बच्चियों की शादी होने वाली है उनकी क्लास गुरबानी की अलग लगा करेगी, ये टाइम पे टीनेज बच्चे आया करेंगे। इस तरीके ਦੇ ਨਾਲ ਅਸੀਂ ਗੁਰਦੁਆਰੇ ਦੀ ਬਿਲਡਿੰਗ ਨੂੰ ਪ੍ਰੋਪਰ ਯੂਟਿਲਾਈਜ਼ ਕਰ ਸਕਦੇ ਹਾਂ, ਲੇਕਿਨ ਅਸੀਂ ਕਰ ਹੀ ਨਹੀਂ ਪਾ ਰਹੇ ਹਾਂ ਕਿਉਂਕਿ ਸਾਡਾ ਉਸ ਪਾਸੇ ਦਿਮਾਗ ਹੀ ਨਹੀਂ ਚੱਲ ਰਿਹਾ। ਕਿਸੇ ਨੇ ਕਹਿਤਾ ਸਵੇਰੇ ਸ਼ਾਮ ਕਰ ਲਓ ਮਾਤਮ ਹੋ ਜਾਏਗਾ। ਕਹਿ ਰਹੇ ਨੇ सतगुर का शब्द सुन ना जाग्यो अंतर न उपजो चाहो। सवाल पूछ रहे ने शरीर जलों गुण बाहरा। साडा शरीर जलदा रहिंदा है। साध संगत जी किवें जलदा रहिंदा है? गुरु पातशाह कहंदे ने हर बिन जियो जल बल जाओ, जियो जल बल जाऊं। हर बिन जियो जल बल जाऊं, जियो जल बल जाऊं। मैं अपना गुर पूछ देखिया, गुर पूछ देखिया अवर नाही थाऊं। हर बिन जियो जल बल जाऊं, जियो जल बल जाऊं। जियो जल बल जाओ ਇਹਦਾ ਉਚਾਰਨ ਨਹੀਂ ਕਰਾਂਗੇ, ਆਪਣੇ ਤੇ फर्स्ट पर्सन बिंदी लगा के उच्चारण करेंगे। हर बिन जियो, अगर मैं हर के बिना जीता हूँ ਉਹਨੂੰ ਕਹਿੰਦੇ ਨੇ ਆਖਾਂ ਜੀਵਾਂ ਵਿਸਰੈ मर जाऊं, मैं मर जाना। हर बिन जियो जल बल जाऊं, मेरा जीवन सड़न बलन वाला हो जाता है। मैं हर वेले कुड़िया ही रहना, ਮੈਨੂੰ ਗੁੱਸਾ ਹੀ ਚੜਿਆ ਰਹਿੰਦਾ, ਮੇਰੀ ਇੱਥੇ ਭਰਵੱਟੇ ਤਿਉੜੀ ਚੜੀ ਰਹਿੰਦੀ ਹੈ, ਮੈਨੂੰ ਕੋਈ ਬੰਦਾ ਹੀ ਨਹੀਂ ਚੰਗਾ ਲੱਗਦਾ, ਮੈਂ ਲੋਕਾਂ ਦੇ ਅਵਗੁਣ ਹੀ ਫਰੋਲਦਾ ਰਹਿੰਦਾ, मैं जिथे जाता मत्था कुट्टा गुस्सा ही चढ़िया रहता है। तो लोग भी पूछते हैं वीर जी जो पाठ करते हैं, जो गुरुद्वारे जाते हैं, जो सवेरे उठते हैं, उनको गुस्सा क्यों चढ़ता है, उनको ज़्यादा गुस्सा क्यों चढ़ता है? तब मैं उन्होंने आंसर पता ही करता, उनसे पूछना पड़ेगा क्यों चढ़ता है तुमको गुस्सा। वो तुमने तो पढ़ा नानक भगता सदा विगास, खेड़ा पढ़िया सी, विगास पढ़िया सी, गुस्सा चढ़िया क्यों? क्योंकि मैनू भुलेखा पै गया शरीर जलों गुण बाहरा, मैं गुण तो कोई लिया ही नहीं, हर वेले मैं सड़दा बलदा कुड़दा रहिंदा हाँ। तुसी सब ने WhatsApp ते देखिया होना, वो एक मुंडे ने एक बीबी की शक्ल बनाई होंदी है, मोटे जे खोपियां वाली ऐनक पाई होंदी है, सारे वालों ते क्लिप लाए होंदे ने, और वो एक जनानी की आवाज़ बना के गल कर रहा होंदा है, सरला बहन। तो सब ने WhatsApp तक देखिया होना, हर वेले सड़े कुड़े ही दी गल वो करता है, या उन्होंने कोई नूह के बारे कंप्लेंट है, या पड़ोसन बारे कंप्लेंट है, कुछ बारे। साडा बिल्कुल वो बंदा बड़ा जबरदस्त खोजी है जिहड़ा सानू समझा रहा है कि असी दिन रात किवें जी रहे हैं। शरीर जलों गुण बाहरा, जो गुर कार ना कमाए। गुरु जो दसदा है गुर क्या साकार कमावो, गुर की करनी काहे धावो। ये अर्थ पता की किते जाते हैं बई गुरु ने जो किया सी उधर क्यों जा रहे हो। गुर की करनी काहे धावो का मतलब है गुरु ने जेड़ा जीवन जात समझाई है उससे काहे धावो, भागता क्यों है, एस्केप क्यों करता है। एस्केप करने वाला जिन गुरु गोप्या अपना होंदा है ते नर बुरियारी। कहते ने शरीर जलों गुण बाहरा, जो गुर कार ना कमाए, जगत जलंदा डिठ में। जगत का मतलब लोग सड़ रहे हैं नहीं है, जगत का मतलब होंदा है मेरा थॉट प्रोसैस, मेरा सोचनी का ढंग जड़दा रहिंदा है। डिठ में हौमै दूजे पाए, मैनू पता लग गया कि मैं सतगुर की मत का चाह मेरे अंदर है नहीं है, तो मेरे अंदर हौमै है और मैं सड़दा रहिंदा। नानक गुर शरणाई उबरे सच मन शब्द ते आए। मैं तुहाडी शरण आया हाँ, पता लगा तुहाडी शरण च आने तो बाद, शरण का मतलब चार दीवारां जाना नहीं होंदा, शरण का मतलब किसी खास गुरुद्वारे 40 दिन जाना नहीं होंदा। शरण का मतलब होंदा है जो तुसी क्या है उन्होंने मैं फॉलो करा तो मैं तुहाडी शरण ही चा, भावें मैं दुनिया जिथे मर्जी होवां।
ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈਂ। ਚਾਰੋਂ ਪਾਸੇ ਸਾਡੇ ਕੋਲ ਹਰ ਜਗ੍ਹਾ ਸਤਿਗੁਰ ਦੇ ਸ਼ਬਦ ਦਾ ਮੈਸੇਜ ਸਾਡੇ ਨਾਲ ਹੁੰਦਾ ਹੈ। ਉਹਨੂੰ ਕਹਿੰਦੇ ਨੇ ਸੱਚ ਮਨ ਸ਼ਬਦ ਧਿਆਏ। ਮੈਂ ਆਪਣਾ ਫੋਕਸ ਰੱਖਣਾ ਹੈ, ਧਿਆਏ ਦਾ ਮਤਲਬ ਗੋਲ ਰੱਖਣਾ ਹੈ ਕਿ ਮੈਂ ਸੱਚ ਨੂੰ ਫੋਲੋ ਕਰਨਾ ਹੈ। ਕਈ ਵਾਰੀ ਮੈਂ ਵੀ ਸਾਂਝ ਕਰਦਾ ਕਿ ਅਸੀਂ ਸੋਚਦੇ ਹੀ ਨਹੀਂ ਹਾਂ ਕਿ ਮੈਨੂੰ ਕੀ ਮਿਸ ਹੋਇਆ। ਅਸੀਂ ਇਤਨੇ ਸ਼ਬਦ ਵਿਚਾਰਦੇ ਹਾਂ, ਪਿਛਲੇ 22 ਸਾਲਾਂ ਤੋਂ ਅਸੀਂ ਜੀਵਨ ਜਾਚ ਦਾ ਖਜ਼ਾਨਾ ਵਿੱਚ ਅਨੇਕਾਂ ਸ਼ਬਦ ਵਿਚਾਰੇ, ਅਨੇਕਾਂ ਸ਼ਬਦ ਵਿਚਾਰ ਕੇ ਹਰ ਸ਼ਬਦ ਵਿੱਚ ਨਵਾਂ ਮੈਸੇਜ ਹੈ। ਇਹ ਪਿੱਛੇ ਅਸੀਂ ਗ੍ਰੇਟਰ ਕੈਲਾਸ਼ ਪੜ੍ਹਿਆ, ਮਾਏ ਨਾ ਹੋਤੀ ਬਾਪ ਨਾ ਹੋਤਾ, माए ना होती बाप ना होता, कर्म ना होती काया कर्म ना होती, हम नहीं होते तुम नहीं होते, हम नहीं होते तुम नहीं होते, कवन कहाँ ते आया कवन कहाँ ते आया, माए ना होती बाप ना होता। ਇਹ ਸ਼ਬਦ ਪਿਛਲੇ ਜਨਮ ਦੀ ਕਿਸਮਤ ਦੇ ਮੱਥੇ ਲਿਖੇ ਭਾਗਾਂ ਦੀ ਕਰਮਾ ਥਿਉਰੀ ਨੂੰ ਕੰਡੈਮ ਕਰਦਾ ਹੈ। ਬਈ ਤੂੰ ਕਹਿੰਦਾ ਪਿਛਲੇ ਜਨਮ ਵਿੱਚ ਮੈਂ ਕਿਸੇ ਅਛੂਤ ਦਾ ਪੁੱਤਰ ਸੀ, ਇਸ ਕਰਕੇ ਇਸ ਜਨਮ ਵਿੱਚ ਵੀ ਮੈਂ ਅਛੂਤ ਹਾਂ, ਜਾਂ ਤੂੰ ਕਹਿੰਦਾ ਮੈਂ ਇਸ ਜਨਮ ਵਿੱਚ ਰਾਜਾ ਹਾਂ, ਅਮੀਰ ਹਾਂ, ਪਿਛਲੇ ਜਨਮ ਕਰਕੇ ਸੀ। ਨਹੀਂ 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 ਨਹੀਂ, ਇਹ ਗੱਲ ਕੁਛ ਹੋਰ ਚੱਲ ਰਹੀ ਹੈ। ਸੋ ਗੱਲ ਗੁਰੂ ਸਾਹਿਬ ਸਮਝਾ ਰਹੇ ਨੇ, ਮੈਂ ਕੋਈ ਮੰਦਾ ਕਰਮ ਕੀਤਾ, ਮੰਦੇ ਖਿਆਲਾਂ ਦਾ ਮੇਰਾ ਕਰੈਕਟਰ ਬਣ ਗਿਆ, ਮੰਦਾ ਖਿਆਲ ਸੋਚਿਆ, ਮੰਦਾ ਮੇਰਾ ਸੁਭਾਅ ਐਟੀਟਿਊਡ ਬਣ ਗਿਆ। ਮੇਰਾ ਐਟੀਟਿਊਡ ਬਣਨ ਦੀ ਜਿੱਥੋਂ ਉਪਜ ਹੋਈ ਹੈ ਨਾ, ਉਹਨੂੰ ਮਾਏ ਕਹਿੰਦੇ ਨੇ। ਮਾਏ ਦਾ ਮਤਲਬ ਕੁਮੱਤ, ਕੁਮੱਤ ਦਾ ਮਤਲਬ ਮਤਰੇਈ ਮਾਂ, ਮਤਰੇਈ ਮਾਂ ਦਾ ਮਤਲਬ ਸਟੈਪ ਮਦਰ। ਮੰਦੇ ਖਿਆਲ ਜਿੱਥੋਂ ਆਉਂਦੇ ਨੇ, ਮਤਰੇਈ ਮਾਂ ਸਾਨੂੰ ਕਦੇ ਵੀ ਸੱਚ ਉੱਤੇ ਟੁਰਨ ਨਹੀਂ ਦਿੰਦੀ। ਧਰੂ ਨੂੰ ਕਹਿੰਦੇ ਨੇ ਮਤਰੇਈ ਮਾਂ ਨੇ ਪਿਤਾ ਦੀ ਗੋਦੀ ਚੋਂ ਚੁੱਕ ਕੇ ਬਾਹਰ ਸੁੱਟ ਦਿੱਤਾ। पिता कौन है? संतोख। निकाला किसने? मतरेई माँ ने। मतरेई माँ होती है कुमत। भैड़े ख्याल ना होते, माए ना होती, बाप ना होता, मैं डिसकंटेंटेड ना होंदा। जिवें मेरे अंदर भैड़े ख्याल ना होंदे, भैड़े ख्यालों की उपज ना होंदी, माए ना होती, बाप ना होता, ਕਰਮ ਨਾ ਹੋਤੀ ਕਾਇਆ, ਮੇਰੇ ਭੈੜੇ ਖਿਆਲਾਂ ਵਾਲੀ ਉਹ ਵਾਲੀ ਕਾਇਆ, ਜਿਹੜਾ ਮਨ ਅੱਖਾਂ ਕਰਕੇ ਸੁੱਤਾ ਹੈ, ਜਿਹੜਾ ਮਨ ਕੰਨ ਕਰਕੇ ਨਿੰਦਾ ਸੁਣਦਾ ਹੈ, ਜਿਹੜਾ ਮਨ ਜੀਭ ਦੇ ਸਵਾਦਾਂ 'ਚ ਪਿਆ ਰਹਿੰਦਾ ਹੈ, ਉਹ ਮਨ ਦੀ ਕਾਇਆ ਨਾ ਹੁੰਦੀ। ਜੇ ਉਹ ਨਾ ਹੁੰਦੀ ਤਾਂ ਤੂੰ ਦੱਸ, ਇਹ ਮੇਰੀ ਭੈੜੀ ਮੱਤ, ਭੈੜੇ ਇੰਦਰੇ ਗਿਆਨ ਇੰਦਰੇ, ਹਮ ਨਹੀਂ ਹੋਤੇ ਤੁਮ ਨਹੀਂ ਹੋਤੇ, ਕਵਨ ਕਹਾਂ ਤੇ ਆਇਆ, ਦੱਸ ਕੌਣ ਕਿੱਥੋਂ ਆਇਆ। ਬਿਲਕੁਲ ਗੁਰੂ ਪਾਤਸ਼ਾਹ ਇਸ ਫਿਲਾਸਫੀ ਨੂੰ ਰੱਦ ਕਰਦੇ ਨੇ ਕਿ ਹਮ ਪਿਛਲੇ ਜਨਮ ਕਰਕੇ ਆਏ ਹੈ, ਪਰ ਸਾਨੂੰ ਬਾਣੀ ਖੋਜ ਕੇ ਗਹਿਰਾਈ 'ਚ ਪੜ੍ਹਨੀ ਪਏਗੀ। ਮਨੂੰ ਇਸੇ ਜਨਮ ਵਿੱਚ ਕਹਿ ਰਹੇ ਨੇ, ਤੂੰ ਖੋਤਾ ਬਣਿਆ, ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਾਂ ਉਦਮਾਦਾ, ਖਰ ਕਾ ਪੈਖਰ ਤੋਂ ਛੁਟੇ ਜੋ ਉੱਪਰ ਲਾਦਾ। ਮੇਰੇ ਮਨ ਨੂੰ ਸੁਣ ਮਨ ਕੁੱਤੇ ਕੂੜਿਆਰ, ਸੁਣ ਮਨ ਅੰਧੇ ਕੁੱਤੇ ਕੂੜਿਆਰ, ਮਨੂੰ ਇਸੇ ਜਨਮ ਵਿੱਚ ਕਹਿ ਰਹੇ ਨੇ। ਮੇਰੇ ਇਸੇ ਜਨਮ ਦੀ ਗੱਲ ਚੱਲ ਰਹੀ ਹੈ, ਪਰ ਉਪਜ ਕਿੱਥੋਂ ਹੋਈ ਹੈ? ਭੈੜੀ ਮੱਤ ਤੋਂ। माए ना होती, वो भैड़ी मत ना होती, बाप ना होता, मैं डिसकंटेंटेड ना होता। इस तरीके ਨਾਲ मैं सोचदा, जे असी शब्द खोजते ही नहीं हाँ तो साड़ी अपनी जर्नी शुरू नहीं होएगी कि मैं अपना जीवन चेंज करना है। सानू एक भरम पै जाएगा, भुलेखा पै जाएगा, मेरे को तो सब कुछ मालूम ही है। जदों भुलेखा पै जाए ना, मेरे को सब कुछ मालूम ही है। कई बार साढ़े लिविंग ट्रेजरी भी इंज होता है। कई नौजवान आते हैं, कई नौजवान नहीं भी आते हैं, कई लगातार आ रहे होंगे ने, रुक जाते हैं,
भुलेखा पै जाता है। हमको तो सब कुछ मालूम ही है वीर भूपिंदर सिंह ने क्या करना है, शब्द का सिरलेख बोलना है, सिरलेख बोल के राव की बात करनी है, राव के बाद गुरु साहब की बात करेंगे, गुरु साहब की बात करके नूह सस दा झगड़ा सुना देंगे, बस शब्द हो गया। नहीं साध संगत जी, हर शब्द नवा मैसेज देता है। कबू जीड़ा ऊप चढ़ता, कबू जाए प्याले, लोभी जीड़ा थिर ना रहता, चारे कुंडा पाले। सानू नहीं पता है कि मेरा मूड केड़ा है ਅਤੇ ਮੇਰਾ ਜਿਹੜਾ ਨੈਗੇਟਿਵ ਮੂਡ ਆ ਉਹ ਫਿਕਸਅਪ ਕਿਵੇਂ ਹੋਏਗਾ। ਇੱਕ ਸੱਜਣ ਮੈਨੂੰ ਕਹਿੰਦੇ ਨੇ ਮੇਰੀ ਪਤਨੀ ਤੁਹਾਡੇ ਪ੍ਰੋਗਰਾਮਾਂ ਤੇ ਆਉਂਦੀ ਔਰ ਮੈਨੂੰ ਬਹੁਤ ਗੁੱਸਾ ਚੜ੍ਹਦਾ ਸੀ। ਮੈਂ ਕਿਹਾ ਅੱਛਾ ਜੀ, ਤੁਸੀਂ ਵੀ ਧਿਆਨ ਦਿਓ। ਕਹਿੰਦੇ ਨਹੀਂ, ਮੈਂ ਹੁਣ ਆਉਣਾ ਸ਼ੁਰੂ ਕੀਤਾ। ਮੈਂ ਕਿਹਾ ਅੱਛਾ, ਤੁਹਾਨੂੰ ਗੁੱਸਾ ਕਿਉਂ ਚੜ੍ਹਦਾ ਸੀ? ਕਹਿੰਦੇ ਦਿਨ ਰਾਤ ਹਰ ਵੇਲੇ ਕਹਿੰਦੀ ਸੀ ਪ੍ਰੋਗਰਾਮ 'ਤੇ ਜਾਣਾ, ਪ੍ਰੋਗਰਾਮ 'ਤੇ ਜਾਣਾ। ਮੈਂ ਕਿਹਾ ਫਿਰ? ਕਹਿੰਦੇ ਰੋਜ਼ ਇਹ ਮੈਨੂੰ ਕਹਿੰਦੀ ਸੀ, ਗੁੱਸਾ ਮੈਨੂੰ ਚੜ੍ਹਦਾ ਸੀ ਵੀ ਆਪ ਹੀ ਟੁੱਟ ਜਾਂਦੀ ਹੈ, ਬੱਚਿਆਂ ਨੂੰ ਵੀ ਲੈ ਜਾਂਦੀ ਹੈ, ਲੇਕਿਨ ਇਹਨੇ ਮੇਰੇ ਨਾਲ ਜ਼ਿੱਦ ਕਰਕੇ ਹਰ ਰੋਜ਼ ਇਹ ਟੇਪ ਲਗਾ ਦਿੰਦੀ ਸੀ। ਇੱਕ ਦਿਨ ਪਤਾ ਕੀ ਹੋਇਆ, ਇਹ ਸੌਂ ਗਈ ਔਰ ਮੈਂ ਸੁਣ ਗਿਆ। ਸੁਣਨ ਤੋਂ ਬਾਅਦ ਮੈਂ ਕਿਹਾ ਉਹ ਭੁਪਿੰਦਰ ਸਿੰਘ ਗੱਲ ਤੇ ਬੜੀ ਕੰਮ ਦੀ ਕਰ ਰਿਹਾ। ਉਹ ਸੁਣਨ ਤੋਂ ਬਾਅਦ ਕੀ ਹੋਇਆ, ਅਚਾਨਕ ਸੁਣ ਗਿਆ, ਹੀ ਇਜ਼ ਕਨਵਿੰਸਡ। ਅਸੀਂ ਕਨਵਿੰਸ ਕਿਉਂ नहीं होना चाहते? बदलना पड़ेगा, इसलिए हम सच सुनना ही नहीं चाहते हैं। ਜਿਹੜੇ ਪ੍ਰਬੰਧਕ ਚਾਹੁੰਦੇ ਨੇ ਨਾ ਕਿ ਸੰਗਤਾਂ ਸੱਚ ਨਾ ਸੁਣ ਜਾਣ, ਉਹ ਸਾਨੂੰ ਟਾਈਮ ਹੀ ਨਹੀਂ ਦਿੰਦੇ। ਓਏ ਇਹ ਬੋਲ ਜਾਏਗਾ, ਸੰਗਤਾਂ ਸਵਰ ਜਾਣਗੀਆਂ, ਸੰਗਤਾਂ ਸਵਰ ਜਾਣਗੀਆਂ, ਸੋਨਾ ਨਹੀਂ ਚੜਾਉਣਗੀਆਂ, ਸੰਗਤਾਂ ਸਵਰ ਜਾਣਗੀਆਂ, ਨਗਰ ਕੀਰਤਨ ਨਹੀਂ ਕਰਿਆ ਕਰਨਗੀਆਂ, ਸੰਗਤਾਂ ਸਵਰ ਜਾਣਗੀਆਂ, ਗੋਲਕ ਘਟ ਜਾਏਗੀ, ਸੰਗਤਾਂ ਸਵਰ ਜਾਣਗੀਆਂ, ਅਖੰਡ ਪਾਠ ਨਹੀਂ ਰੱਖਣਗੇ। ਇਸ ਕਰਕੇ ਆਮ ਤੌਰ 'ਤੇ ਇਹ ਕਹਾਵਤ ਹੈ, ਇੱਕ ਮੈਂ ਪਹਿਲਾਂ ਵੀ ਬੜੀ ਪੁਰਾਣੀ ਗੱਲ ਸੁਣਾਈ ਸੀ ਕਿ ਇੱਕ ਬੰਦਾ ਤੇਲ ਕੱਢ ਰਿਹਾ ਹੁੰਦਾ ਔਰ ਉਹਦੇ ਕੋਲ ਬੰਦਾ ਜਾ ਕੇ ਕਹਿੰਦਾ ਤੇਲ ਦੇ ਦਿਓ। ਉਹ ਆਪਣੇ ਉਹਦੇ ਤੋਂ ਤੇਲ ਉਹਨੂੰ ਪਾ ਕੇ ਦਿੰਦਾ ਔਰ ਤੇਲ ਪਾਉਣ ਤੋਂ ਬਾਅਦ ਉਹਨੂੰ ਪੈਸੇ ਦੇਣ ਲੱਗਦਾ। ਇਹ ਉਹਨੂੰ ਪੁੱਛਦਾ, ਅਬੇ ਤੁਮ ਆਪਣੇ ਸਾਂਡ ਜਿਹੜੇ बैल चल रहे हैं, टग्गे, पंजाबी टग्गे कहते हैं, तुम उनके पीछे बैठे थे और उनको ऐसे हंटर मार रहे थे और वो घूम रहे थे कोल्लू के बैल पे और वो तेल निकाल रहे थे। तुम उठ के आ गए, वो अभी भी घूम रहे हैं। पता हो की कहता तेली, ਅਸੀਂ ਉਹਨਾਂ ਦੇ ਇੱਥੇ ਖੋਪੇ ਬੰਨੇ ਹੋਏ ਨੇ, ਉਹਨਾਂ ਨੂੰ ਪਤਾ ਹੀ ਨਹੀਂ ਕਿ ਮੈਂ ਪਿੱਛੇ ਬੈਠਾ ਕਿ ਨਹੀਂ ਬੈਠਾ। ਉਹ ਵਿਚਾਰੇ ਡਰ ਕੇ ਵੀ ਮਾਲਕ ਪਿੱਛੇ ਬੈਠਾ ਘੁੰਮਦੇ ਰਹਿੰਦੇ ਨੇ। ਇਹ ਕਹਿੰਦਾ ਅੱਛਾ, ਜੇ ਤੁਸੀਂ ਦੂਜੇ ਕਮਰੇ ਚਲੇ ਗਏ ਹੋ ਔਰ ਤੁਹਾਡੇ ਟੱਗੇ ਰੁਕ ਜਾਣ, ਤੁਹਾਨੂੰ ਕਿਵੇਂ ਪਤਾ ਲੱਗੇਗਾ ਟੱਗੇ ਕੰਮ ਕਰ ਰਹੇ ਹੈ, ਘੁੰਮ ਰਹੇ ਹੈ? ਕਹਿੰਦਾ ਅਸੀਂ ਸਿਆਣੇ ਬਿਜ਼ਨਸਮੈਨ ਆ, ਅਸੀਂ ਟੱਗਿਆਂ ਦੇ ਗਲੇ ਟੱਲੀ ਬੰਨੀ ਹੋਈ ਹੈ, ਟੱਗੇ ਟੁਰਦੇ ਰਹਿੰਦੇ ਨੇ, ਆਵਾਜ਼ ਆਂਦੀ ਰਹਿੰਦੀ ਹੈ, ਐਮਪਲੋਈ ਕੰਮ ਕਰ ਰਹਾ ਹੈ। ਇਹ ਤਾਂ ਉਹੀ ਸੀ ਬੀਬੀ ਵਾਲੀ ਗੱਲ ਹੋ ਗਈ, ਜਿਹੜੀ ਬੀਬੀ ਕਹਿੰਦੀ ਹੈ ਪੜੋਸਨ ਨੂੰ ਕਿ ਬਈ ਤੇਰਾ ਕੀ ਹਾਲ ਹੈ, ਗੱਲਾਂ ਬਾਤਾਂ ਕਰ ਰਹੀ ਸੀ ਅਤੇ ਉਹ ਕਹਿੰਦੀ ਹੈ ਤੁਹਾਡੇ ਹਸਬੈਂਡ ਘਰ ਨੇ? ਕਹਿੰਦੀ ਨਹੀਂ। ਕਹਿੰਦੀ ਅੰਦਰ ਗਾਣਾ ਕੌਣ ਗਾ ਰਿਹਾ ਹੈ? ਕਹਿੰਦੀ ਮੇਰਾ ਨੌਕਰ। ਕਹਿੰਦੀ ਉਹ ਗਾਣਾ ਗਾਤਾ ਹੈ? ਕਹਿੰਦੀ ਨਹੀਂ, ਮੈਂ ਉਹਨੂੰ ਕਿਹਾ ਜਦੋਂ ਮੈਂ ਬਾਹਰ ਜਾਵਾਂ ਤੂੰ ਗਾਣਾ ਗਾਇਆ ਕਰ ਤਾਂ ਕਿ ਉਹ ਫਰਿੱਜ 'ਚੋਂ ਕੁਝ ਕੱਢ ਕੇ ਖਾ ਨਾ ਜਾਏ। ਗਾਣਾ ਗਾਉਂਦਾ ਰਹੇਗਾ, ਖਾਏਗਾ ਨਹੀਂ। ਇੰਝ ਹੀ ਇਹ ਕਹਿੰਦਾ ਅਸੀਂ ਟੱਗਿਆਂ ਦੇ ਗਲੇ ਟੱਲੀ ਬੰਨੀ ਹੋਈ, ਟੱਗੇ ਟੁਰਦੇ ਰਹਿੰਦੇ ਨੇ, ਆਵਾਜ਼ ਆਉਂਦੀ ਰਹਿੰਦੀ ਹੈ, ਸਾਨੂੰ ਪਤਾ ਕੰਮ ਹੋ ਰਿਹਾ। ਹੁਣ ਇਹ ਕਹਿੰਦਾ ਫਰਜ਼ ਕਰੋ ਤੇਰੇ ਟੱਗੇ ਖਲੋ ਜਾਣ ਔਰ ਗਰਦਨ ਇੰਝ ਕਰਨ, ਖੱਬੇ ਸੱਜੇ ਘੁਮਾਣ, ਤਾਂ ਵੀ ਤੇ ਟੱਲੀ ਵੱਜੇਗੀ। ਉਹ ਤੇਲੀ ਪਤਾ ਹੀ ਕਹਿੰਦਾ, ਓਏ ਤੂੰ ਤੇਲ ਲੈਣਾ ਹੈ, ਲੈ ਤੇ ਜਾ, ਬੜਾ ਆਇਆ। ਉਹ ਕਹਿੰਦਾ ਕਿਉਂ ਇੰਨਾ ਗੁੱਸਾ ਤੁਹਾਨੂੰ ਕਿਉਂ ਚੜ੍ਹ ਗਿਆ? ਕਹਿੰਦਾ ਇਸ ਕਰਕੇ ਕਿ ਜੇ ਤੇਰੀ ਗੱਲ ਮੇਰੇ ਟੱਗਿਆਂ ਨੇ ਸੁਣ ਲਈ ਤੇ ਵਿਗੜ ਜਾਣਗੇ। ਇੰਝ ਹੀ ਕਈ ਜਗ੍ਹਾ ਪ੍ਰਬੰਧਕ ਗੱਲ ਹੀ ਨਹੀਂ ਕਰਨ ਦਿੰਦੇ ਨੇ, ਪ੍ਰੋਗਰਾਮ ਹੀ ਨਹੀਂ ਕਰਨ ਦਿੰਦੇ। ਬਾਣਾ ਕੀ ਪਾਉਂਦੇ ਨੇ? ਲਾਲ ਪਗੜੀ ਕਿਉਂ ਬੰਨ੍ਹੀ ਹੋਈ ਹੈ, ਦਾੜੀ ਕਿਉਂ ਬੰਨੀ ਹੋਈ ਹੈ, ਕੁੜਤਾ ਪਜਾਮਾ ਕਿਉਂ ਨਹੀਂ ਪਾਇਆ ਹੈ? ਇਹ ਵਾਲੇ ਟੁੱਚਰ ਡਾਂਦੇ ਨੇ ਸੱਚ ਦੀ ਗੱਲ ਨਾ ਹੋਣ ਵਾਸਤੇ। ਐਨੀਵੇਜ਼, ਅਸੀਂ ਆਪਣੀ ਗੁਰੂ ਪਾਤਸ਼ਾਹ ਦੀ ਗੱਲ ਸੁਣ ਰਹੇ ਹਾਂ ਕਿ ਜੇ ਸਤਿਗੁਰ ਦੀ ਮੱਤ ਲੈ ਲਈਏ ਤਾਂ ਸੱਚ ਦੇ ਸ਼ਬਦ ਨਾਲ ਸਾਡਾ ਜੀਵਨ ਬਦਲ ਸਕਦਾ ਹੈ, ਸਾਡੇ ਅੰਦਰ ਚਾਅ ਪੈਦਾ ਹੋ ਸਕਦਾ ਹੈ ਕਿ ਮੇਰਾ ਜੀਵਨ ਬਦਲੋ। ਮਹਿਲਾ ਤੀਜਾ, ਸ਼ਬਦ ਰੱਤੇ ਹੋਂ ਮੈਂ ਗਈ। ਹੁਣ ਦੱਸ ਰਹੇ ਨੇ ਜੇ ਚਾਅ ਪੈਦਾ ਹੋਇਆ, ਜੇ ਸ਼ਬਦ ਦੀ ਗੱਲ ਨੂੰ ਸੁਣ ਲਵੋ। ਰੱਤੇ ਦਾ ਮਤਲਬ ਸ਼ਬਦ ਨੂੰ ਰਿਪੀਟ ਕਰਨਾ ਨਹੀਂ ਹੁੰਦਾ ਹੈ। ਰੱਤੇ ਦਾ ਮਤਲਬ ਅੱਲਾ ਅੱਲਾ ਰਾਮ ਰਾਮ ਕਰਨਾ ਨਹੀਂ ਹੁੰਦਾ ਹੈ। ਰੱਤੇ ਦਾ ਮਤਲਬ ਜੋ ਮੈਂ ਸੁਣਿਆ ਮੈਂ ਉਹਨੂੰ ਫੋਲੋ ਕਰਨਾ ਹੈ। शब्द रत्ते हौं में गई शोभावंती नार, उसको शोभावंती नार
बोलते हैं उसकी मत सच के साथ ट्यून्ड हो गई है, सच के नाल ਵਿਆਹੀ गई है। ਸਾਡੀ ਮਤ ਜਦੋਂ ਸੱਚ ਦੇ ਨਾਲ ਵਿਆਹੀ ਜਾਂਦੀ ਹੈ, ਇਹਨੂੰ ਆਨੰਦ ਕਾਰਜ ਕਹਿੰਦੇ ਨੇ। 4 ਲਾਵਾਂ ਇਸੀ ਵਾਸਤੇ ਨੇ। ਉਹਦੀ ਸਾਡੀ ਪੁਸਤਕ ਬਣੀ ਹੋਈ ਹੈ ਦਿਲ ਨੂੰ ਦਿਲਾਂ ਦੀ ਰਾਹ। 4 ਲਾਵਾਂ ਦੇ ਨਾਲ ਅਸੀਂ ਸਿੱਖਦੇ ਹਾਂ ਮੇਰਾ ਰੱਬ ਜੀ ਦੇ ਨਾਲ ਵਿਆਹ ਕਿਵੇਂ ਹੋਣਾ ਹੈ, ਮੇਰੇ ਮਨ ਦਾ, ਮੇਰੀ ਮਤ ਦਾ ਸਤਿਗੁਰ ਦੀ ਮਤ ਦੇ ਨਾਲ ਭਾਵ ਇਕਮਿਕਤਾ ਕਿਵੇਂ ਬਣਨੀ ਹੈ। ਉਹਦੀ ਹਿੰਦੀ 'ਚ ਵੀ ਪੁਸਤਕ ਬਣੀ ਸੀ ਸਾਡੀ, ਮਨੁष्य का ईश्वर से विवाह। ਕੋਈ ਵੀ ਕਿਸੇ ਵੀ ਉਮਰ ਦਾ ਰੱਬ ਜੀ ਨਾਲ ਵਿਆਹ ਕਰਾ ਸਕਦਾ ਹੈ। ਕਹਿੰਦੇ ਨੇ ਸ਼ਬਦ ਰਤੇ ਹੋਵੇਂ ਗਈ ਸ਼ੋਭਾਵੰਤੀ ਨਾਰ, ਸਾਡੀ ਮਤ ਸੱਚ ਨਾਲ ਵਿਆਹੀ ਗਈ। ਸ਼ੋਭਾਵੰਤੀ ਨਾਰ ਪਿਰ ਕੈ ਭਾਣੈ ਸਦਾ ਚੱਲੈ। ਪਿਰ ਕੈ ਭਾਣੇ ਦਾ ਮਤਲਬ ਮਨ ਸਤਿਗੁਰ ਦੀ ਮਤ ਲੈ ਕੇ ਜੋ ਸੁਨੇਹਾ ਦਿੰਦਾ, ਸਾਡੀ ਮਤ ਉਹਦੇ ਅਨੁਸਾਰ ਹਮੇਸ਼ਾ ਚੱਲਦੀ ਹੈ। ਤਾਂ ਬਣਿਆ ਸ਼ਿੰਗਾਰ। ਸਾਡੇ ਕੋਲ ਦਇਆ, ਧਰਮ, ਸਹਿਜ, ਸੰਤੋਖ, ਮਿੱਠਤ, ਨਿਮਰਤਾ ਦੇ ऑर्नामेंट्स, ज्वेलरी आ जाती है। ਸੇਜ ਸੁਹਾਵੀ ਸਦਾ ਪਿਰਾਵੇ ਹਰ ਵਰ ਪਾਇਆ ਨਾਰ। ਸਾਡੀ ਮਤ ਨੂੰ ਨਾਰ ਕਹਿੰਦੇ ਨੇ ਔਰ ਉਹਨੂੰ ਮਨ ਨੂੰ ਹਮੇਸ਼ਾ ਸੱਚ ਦੀ ਸੇਜਾ ਦੇ ਨਾਲ ਇਕਮਿਕਤਾ ਪ੍ਰਾਪਤ ਹੋ ਜਾਂਦੀ ਹੈ। ਜਦੋਂ ਅਸੀਂ ਲਾਵਾਂ ਪੜ੍ਹਦੇ ਹਾਂ, ਅਸੀਂ ਇੱਕ ਸ਼ਲੋਕ ਪੜ੍ਹਦੇ ਹਾਂ, ਧਨ ਪੀਰ ਇਹਨਾਂ ਆਖੀਏ ਬਹਿਨ ਇਕੱਠੇ ਹੋਏ, ਇੱਕ ਜੋਤ ਦੋਇ ਮੂਰਤੀ ਧਨ ਪੀਰ ਕਹੀਏ ਸੋਏ। ਅਸੀਂ ਸਭ ਨੇ ਵਿਆਹ ਵਾਸਤੇ ਹੀ ਸੁਣਿਆ ਹੋਇਆ ਬਈ ਇਹ ਪਤੀ ਪਤਨੀਆਂ ਇਨਕੇ ਲਈ ਹੈ, ਲੇਕਿਨ ਮੇਰੇ ਬਾਰੇ ਗੱਲ ਚੱਲ ਰਹੀ ਹੈ। ਮੇਰੀ ਮਤ ਨੂੰ ਧਨ ਕਹਿੰਦੇ ਨੇ, ਮੇਰੇ ਮਨ ਨੂੰ ਪੀਰ ਕਹਿੰਦੇ ਨੇ। ਧਨ ਪੀਰ ਇਹ ਨਾ ਆਖੀਏ ਬਹਿਨ ਇਕੱਠੇ ਹੋਏ। शरीर में दोनों है पर दोनों की आपस में बनती नहीं है। ਧਨ ਪੀਰ ਇਹ ਨਾ ਆਖੀਏ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ। ਜੇ ਦੋਨੋਂ ਇੱਕ ਜੋਤ ਨੂੰ, ਸਤਿਗੁਰ ਨੂੰ, ਮਤ ਨੂੰ ਫੋਲੋ ਕਰ ਲੈਣ, ਧਨ ਪੀਰ ਕਹੀਏ ਸੋਏ। ਫਿਰ ਇਕਮਿਕਤਾ ਆ ਜਾਂਦੀ ਹੈ। ਜੋ ਮਨ ਸੁਣਦਾ ਹੈ ਉਹ ਮਨ ਕਹਿੰਦਾ ਹੈ, ਜੋ ਮਨ ਸੁਣ ਕੇ ਸੁਰਤ ਮਤ ਬੁੱਧ ਨੂੰ ਕਹਿੰਦਾ ਉਹ ਸਾਰੀਆਂ ਫੋਲੋ ਕਰਦੀਆਂ ਨੇ। ਜੇ ਫੋਲੋ ਨਹੀਂ ਕਰਦੇ ਤਾਂ ਅਸੀਂ ਸੱਚ ਤੇ ਨਹੀਂ ਟੁਰੇ, ਜੇ ਫੋਲੋ ਕਰ ਰਹੇ ਤਾਂ ਸਾਰੀ ਬਾਡੀ ਟਿਊਨਡ ਹੋ ਗਈ। ਉਹਨੂੰ ਮਨ ਜੀਤਾ ਜਗਜੀਤ ਕਹਿੰਦੇ ਨੇ। ਸੇਜ ਸੁਹਾਵੀ ਸਦਾ ਪਿਰਾਵੇ ਹਰ ਵਰ ਪਾਇਆ ਨਾਰ, ਨਾ ਹਰ ਮਰੇ। ਮਨ ਫਿਰ ਕਦੇ ਮਰਦਾ ਹੀ ਨਹੀਂ ਹੈ। ਮਨ ਇਟਰਨਲ ਹੋ ਗਿਆ ਕਿਉਂਕਿ ਮਨ ਸਤਿਗੁਰ ਦੇ ਨਾਲ, ਸਤਿਗੁਰ ਦੇ ਸੁਨੇ ਦੇ ਨਾਲ ਇਕਮਿਕ ਹੋ ਗਿਆ। ਨਾ ਹਰ ਮਰੈ ਨਾ ਕਦੇ ਦੁੱਖ ਲੱਗੈ, ਫਿਰ ਅਸੀਂ ਦੁਖੀ ਨਹੀਂ ਹੁੰਦੇ। ਸਦਾ ਸੁਹਾਗਣ ਨਾਰ, ਅਸੀਂ ਹਮੇਸ਼ਾ ਸੁਹਾਗਣ ਰਹਿੰਦੇ ਹਾਂ। ਸਿਰਫ ਇਸਤਰੀ ਦੀ ਗੱਲ ਨਹੀਂ ਚੱਲ ਰਹੀ। ਅਸੀਂ ਸਾਰੇ ਜਦੋਂ ਇਟਰਨਲ ਸਤਿਗੁਰ ਦੀ ਮਤ ਲੈ ਕੇ ਆਪਣੇ ਮਨ ਨੂੰ ਇਟਰਨਲ ਬਣਾ ਲੈਂਦੇ ਹਾਂ, ਮਨ ਸਾਡਾ ਪੀਰ, ਸਾਈਂ, ਸ਼ੋ, ਮਾਲਕ ਬਣ ਜਾਂਦਾ ਹੈ, ਇਸ ਸਰੀਰ ਦਾ ਪਤੀ ਬਣ ਜਾਂਦਾ ਹੈ, ਸੁਲਤਾਨ ਰਾਜਾ ਬਣ ਜਾਂਦਾ ਹੈ। ਅਸੀਂ ਹਮੇਸ਼ਾ ਸੁਹਾਗਣ ਰਹਿੰਦੇ हैं। इस करके गुरमत इज विडो वाला सब्जेक्ट नहीं है। गुरमत किसी का पति मर जाए, पति को परमेश्वर मानती नहीं है गुरमत। अगर पति को परमेश्वर नहीं मानती तो पति के मरने पर उस स्त्री को विधवा बोलते ही नहीं है। कितना ग्रेट कॉन्सेप्ट है। लोग तो पति की लंबी उम्र कराने वास्ते घबराए हुए ने ना। गुरमत कह रही है तू पति सतगुर की मत नूं बना लै, अपने मन नूं एलीवेट करके सतगुर की जिसनों मत आवे सो सतगुर माए समाना। तेरा मन ही हर बन जाए, तेरा मन हर प्रभ बन जाए, तेरा मन रब जी नाल इकमिक हो जाए। सतगुर की जिस दे मन नूं, सतगुर की जिसनों मत आवे सो सतगुर माए समाना। सतगुर जी इटरनल ने। सतगुर मेरा सदा सदा ना आवे न जाए, वो बनाशीपुर के सब मेरा समाए। मन भी इटरनल हो गया, मरदा ही नहीं है। ना हर मरै ना कदे दुख लागे, सदा सुहागण नार। नानक हर प्रभ मेले गुर कै हेत प्यार। इस तरह सानू जींदे जी रब्बी इकमिकता प्राप्त होती है ਜਦੋਂ ਮੈਂ ਸਾਰੇ ਸੁਰਤ ਮਤ ਬੁੱਧ ਕਰਕੇ ਗੁਰੂ ਦੀ ਮਤ ਲੈਣ ਵਾਸਤੇ ਆਪਣੇ ਮਨ ਨੂੰ ਇਸ ਪਾਸੇ ਟੋਰਿਆ। ਹੁਣ ਤੁਸੀਂ ਆਪ ਵਿਚਾਰਨਾ ਹੈ ਕਿ ਅਸੀਂ ਪੌੜੀ ਮੁਤਾਬਕ ਜਿਨ ਗੁਰ ਗੋਪਿਆ ਆਪਣਾ ਸੱਚ ਨੂੰ ਇਗਨੋਰ ਕਰਨਾ ਹੈ ਜਾਂ ਸਤਿਗੁਰ ਦੀ ਮਤ ਲੈਣੀ ਹੈ।